ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ-ਬਹੁਤ ਸਵਾਗਤ। ਦੋਸਤੋ ਹਾਜ਼ਰ ਹਾਂ ਅੱਜ ਦੇ ਕੁਝ ਗੱਲਾਂ ਬਾਤਾਂ, ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਅੱਜ ਕੈਨੇਡਾ ਦੇ ਵਿੱਚ ਕੀ ਹੋ ਰਿਹਾ, ਕਿਹੜੀਆਂ ਗੱਲਾਂ ਬਾਤਾਂ ਚੱਲ ਰਹੀਆਂ, ਕਿਹੜੀਆਂ ਖਬਰਾਂ ਜਿਹੜੀਆਂ ਡਿਸਕਸ ਹੋਈਆਂ ਸਾਰਾ ਦਿਨ, ਉਹ ਮੁੱਦੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। BC ਦੇ ਵਿੱਚ ਗੈਸ ਦੀਆਂ ਕੀਮਤਾਂ ਘਟ ਰਹੀਆਂ, ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਆ। ਅਰਾਈਵਕੈਨ ਐਪ ਇੱਕ ਹੈਗੀ ਆ ਹੁਣ ਵੀ, ਜਿਹੜੇ ਲੋਕ ਕੈਨੇਡਾ ਆਉਂਦੇ ਆ ਉਹਨਾਂ ਨੂੰ ਆਉਣ ਤੋਂ ਪਹਿਲਾਂ ਅਰਾਈਵਕੈਨ 'ਤੇ ਡਾਟਾ ਭਰਨਾ ਪੈਂਦਾ, ਉਹਦੀ ਚਰਚਾ ਹੋ ਰਹੀ ਹੈ। ਕੀ ਗੱਲਬਾਤ ਆ, ਇਹ ਗੱਲਬਾਤ ਕਰਾਂਗੇ ਤੁਹਾਡੇ ਨਾਲ। ਕੈਨੇਡਾ ਦੇ ਵਿੱਚ ਬਹੁਤ ਸਾਰੇ ਲੋਕ ਕੈਂਸਰ ਦਾ ਇਲਾਜ ਕਰਾਉਣ ਲਈ ਅਮਰੀਕਾ ਜਾ ਰਹੇ ਆ ਔਰ ਲੱਖ ਡਾਲਰ ਪੇ ਕਰ ਰਹੇ ਆ। ਮਾਮਲਾ ਕੀ ਹੈ? ਘਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਣਦੇ ਆ। ਸਾਡਾ ਕੰਸਟਰਕਸ਼ਨ ਦੀ ਮਾਰਕੀਟ ਦੇ ਨਾਲ ਬਹੁਤ ਨੇੜੇ ਦਾ ਸੰਬੰਧ ਆ। ਅਲਬਰਟਾ ਦੇ ਵਿੱਚ ਇੱਕ ਘਰ ਬਣਿਆ ਪਲਾਸਟਿਕ ਦੀਆਂ ਖਾਲੀ ਬੋਤਲਾਂ ਨਾਲ, ਤੇ ਕਹਿੰਦੇ ਆਉਣ ਵਾਲੇ ਸਮੇਂ 'ਚ ਇੱਦਾਂ ਦੇ ਘਰ ਬਣਿਆ ਕਰਨੇ ਆ। ਇਹ ਵੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ। ਨਸ਼ਿਆਂ ਬਾਰੇ ਅਸੀਂ ਬਹੁਤ ਵਾਰੀ ਗੱਲਬਾਤ ਕਰਦੇ ਹਾਂ, ਪਰ ਹੁਣ ਪਤਾ ਲੱਗਿਆ ਕਿ ਜਿਹੜੀ ਇੱਥੇ BC ਤੇ ਅਲਬਰਟਾ ਦੀਆਂ ਸਰਕਾਰਾਂ ਨੇ ਆਪਣੇ ਪੱਧਰ 'ਤੇ ਡਿਫਰੈਂਟ ਸਟ੍ਰੈਟਜੀ ਦੇ ਨਾਲ ਨਸ਼ੇ 'ਤੇ ਕਾਬੂ ਪਾਉਣ ਦਾ ਯਤਨ ਕੀਤਾ ਔਰ ਕਾਫੀ ਹੱਦ ਤੱਕ ਸਫਲ ਰਹੇ। ਇਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਆ। ਅੰਟਾਰੀਓ ਦੇ ਜਿਹੜੇ ਮਾਪੇ ਨੇ ਉਹ ਮਨੀ ਇਕੱਠੀ ਕਰ ਰਹੇ ਆ ਤਾਂ ਕਿ ਸਰਕਾਰ 'ਤੇ ਕੇਸ ਕੀਤਾ ਜਾ ਸਕੇ ਵੀ ਸਾਡੇ ਨਿਆਣਿਆਂ ਬਾਰੇ ਕੋਈ ਸਪਸ਼ਟ ਪਾਲਿਸੀ ਕਿਉਂ ਨਹੀਂ ਬਣ ਰਹੀ। ਸਾਲ ਪਹਿਲਾਂ ਪੰਜਾਬੀ ਡਰਾਈਵਰ ਦੀ ਮੌਤ ਹੋਈ ਸੀ ਇੱਥੇ ਵੈਨਕੂਵਰ ਦੇ ਵਿੱਚ, ਉਹਦੀ ਯਾਦ ਦੇ ਵਿੱਚ ਸਮਾਰਕ ਬਣਾਇਆ ਗਿਆ। ਉਹ ਵੀ ਗੱਲਬਾਤ ਤੁਹਾਡੇ ਨਾਲ ਕਰਨੀ ਹੈ। ਕਈ ਸਕੈਮਰ ਨੇ ਜਿਹੜੇ ਠੱਗ ਨੇ, ਠੱਗੀ ਮਾਰ ਰਹੇ ਨੇ। ਕੀ ਮਾਮਲਾ ਇਸ ਵੇਲੇ ਕੈਨੇਡਾ ਦੇ ਵਿੱਚ, ਇਹ ਤੁਹਾਡੇ ਨਾਲ ਗੱਲਬਾਤ ਕਰਾਂਗੇ। ਇੱਕ ਕੀੜਾ ਖਾਸ ਕਿਸਮ ਦਾ ਜਿਹੜਾ ਹੈਗਾ ਉਹ ਸਾਡੇ ਘਰਾਂ ਦੇ ਵਿੱਚ ਇਸ ਵੇਲੇ ਆ ਰਿਹਾ ਔਰ ਕਈ ਫਸਲਾਂ ਦੇ ਲਈ ਖਤਰਨਾਕ ਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ। ਉਹਦੇ ਬਾਰੇ ਵੀ ਤੁਹਾਡੇ ਨਾਲ ਗੱਲਬਾਤ ਆਪਾਂ ਪ੍ਰੋਗਰਾਮ ਦੇ ਅੱਗੇ ਜਾ ਕੇ ਕਰਨੀ ਆ। ਇਹ 8-10 ਮੁੱਦੇ ਅੱਜ ਤੁਹਾਡੇ ਨਾਲ ਆਪਾਂ ਸਾਂਝੇ ਕਰਦੇ ਹਾਂ। ਪਹਿਲਾ ਮੁੱਦਾ ਗੈਸ ਦੀਆਂ ਕੀਮਤਾਂ ਦਾ। ਗੈਸ ਦੀਆਂ ਕੀਮਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੱਸਦੇ ਆ ਕਿ ਘਟਣਗੀਆਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਬਹੁਤ ਵਧੀਆਂ, ਅਤੇ ਹੁਣ ਕਹਿੰਦੇ ਵੀ ਡਰਾਮੈਟਿਕਲੀ ਇਹ ਡਰੋਪ ਹੋਣਗੀਆਂ ਥੱਲੇ ਨੂੰ। ਆਉਣ ਵਾਲੇ ਕੁਛ ਦਿਨਾਂ ਦੇ ਵਿੱਚ ਤੁਸੀਂ ਗੈਸ ਸਟੇਸ਼ਨਾਂ ਦੇ ਉੱਤੇ ਦੇਖੋਗੇ ਕਿ ਕੀਮਤਾਂ ਗੈਸ ਦੀਆਂ ਘਟਣਗੀਆਂ। ਇਨਸਾਈਡਰ ਜਿਹੜੇ ਕੁਛ ਹੈਗੇ ਆ ਉਹ ਦੱਸ ਰਹੇ ਆ ਇਹਦੇ ਬਾਰੇ ਕਿ ਕੁਛ ਨਾ ਕੁਛ ਹੋ ਰਿਹਾ ਆ ਇੱਥੇ, ਜਿਹੜੀਆਂ ਕੀਮਤਾਂ ਘਟਣਗੀਆਂ ਔਰ 35 ਸੈਂਟ ਤੱਕ ਕਹਿੰਦੇ ਲੀਟਰ ਦੇ ਪਿੱਛੇ ਜਿਹੜੀਆਂ ਰੈਗੂਲਰ ਪ੍ਰਾਈਸ ਆ ਉਹ ਘਟ ਸਕਦੀਆਂ ਆ। ਅੱਜ ਜਿਹੜੀਆਂ ਜਦੋਂ ਅਸੀਂ ਵੀਰਵਾਰ ਨੂੰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਦੇਖ ਰਹੇ ਸੀ, ਬੁੱਧਵਾਰ ਨੂੰ ਜਿਹੜੀਆਂ ਅਸੀਂ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਦੇਖ ਰਹੇ ਹਾਂ ਉੱਥੇ ਕੀਮਤਾਂ ਜ਼ਿਆਦਾ ਆ। ਕੱਲ੍ਹ ਵੀਰਵਾਰ ਅਤੇ ਸ਼ੁੱਕਰਵਾਰ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦੇ ਇਹ ਕੀਮਤਾਂ ਘਟ ਜਾਣੀਆਂ ਆ। ਦੱਸਦੇ ਆ ਕਿ ਜਿਹੜੀ ਕਈ ਪਾਸਿਓਂ ਜਿਹੜੀ ਪਿਛਲੇ 2 ਮਹੀਨਿਆਂ ਦੇ ਵਿੱਚ ਲਗਾਤਾਰ ਕੀਮਤਾਂ ਵਧੀਆਂ ਆ ਵੈਸਟ ਕੋਸਟ ਦੇ ਵਿੱਚ, ਅਤੇ ਹੁਣ ਇਹ ਜਿਹੜੀਆਂ ਵੱਧਦੀਆਂ ਰਹੀਆਂ ਇਹਨਾਂ ਨੇ ਇੱਕ ਦਿਨ ਵੱਧ ਕੇ ਥੱਲੇ ਨੂੰ ਆਉਣਾ ਸੀ ਅਤੇ ਉਹ ਆਉਣੀਆਂ ਸ਼ੁਰੂ ਹੋ ਜਾਣਗੀਆਂ ਆਉਣ ਵਾਲੇ ਕੁਛ ਦਿਨਾਂ ਦੇ ਵਿੱਚ। ਅਤੇ ਜੇ ਗੈਸ ਦੀਆਂ ਕੀਮਤਾਂ ਥੱਲੇ ਆਉਣੀਆਂ ਸ਼ੁਰੂ ਹੋ ਗਈਆਂ ਤਾਂ ਮਤਲਬ ਸਿੱਧਾ ਜਿਹਾ ਵੀ ਬਾਕੀ ਚੀਜ਼ਾਂ ਦੀਆਂ ਕੀਮਤਾਂ ਵੀ ਥੱਲੇ ਆ ਜਾਣਗੀਆਂ। ਅਤੇ ਮਾਰਕੀਟ ਦੇ ਵਿੱਚ ਜਿਹੜਾ ਯਤਨ ਕੀਤਾ ਜਾ ਰਿਹਾ ਪਿਛਲੇ ਲੰਬੇ ਸਮੇਂ ਤੋਂ ਕਿ ਇਨਫਲੇਸ਼ਨ ਨੂੰ ਠੀਕ ਕਰਨ ਦਾ, ਮਹਿੰਗਾਈ ਨੂੰ ਠੀਕ ਕਰਨ ਦਾ, ਉਹ ਆਪਣੇ ਆਪ ਠੀਕ ਹੋਣੀ ਸ਼ੁਰੂ ਹੋ ਜਾਊਗੀ। ਕਈ ਮਹੀਨਿਆਂ ਤੱਕ ਲਗਾਤਾਰ ਕੀਮਤਾਂ ਮਤਲਬ ਅਸਮਾਨ ਛੂਹਦੀਆਂ ਰਹੀਆਂ ਇੱਥੇ, ਜਿਹੜੀਆਂ ਲੋਕਾਂ ਨੇ ਕਦੇ ਦੇਖੀਆਂ ਨਹੀਂ ਸੀ ਉਹ ਵੀ ਦੇਖਣ ਨੂੰ ਮਿਲੀਆਂ। ਅਤੇ ਹੁਣ 2 ਲੀਟਰ ਤੋਂ ਥੱਲੇ ਕੱਲ੍ਹ ਵੀਰਵਾਰ ਤੋਂ ਕੀਮਤਾਂ ਥੱਲੇ ਆ ਜਾਣਗੀਆਂ। 5 ਤੋਂ 10% ਜਿਹੜਾ ਡਿਕਲਾਈਨ ਆ ਹੋਰ ਹੋ ਜਾਣਾ ਆਉਣ ਵਾਲੇ ਦਿਨਾਂ ਦੇ ਵਿੱਚ। ਅਤੇ ਹੁਣ ਮੁੜ ਕੇ ਜਿੱਥੇ ਇਹ ਹੋਣਾ ਚਾਹੀਦਾ, ਮਤਲਬ ਜਿੱਥੇ ਕੀਮਤਾਂ ਹੋਣੀਆਂ ਚਾਹੀਦੀਆਂ ਸੀ ਉੱਥੇ ਦੁਬਾਰਾ ਇਹ ਆ ਜਾਣਗੀਆਂ। ਜਿਹੜੀਆਂ ਰਿਫਾਈਨਰੀਜ਼ ਨੇ ਉੱਧਰ ਕੈਲੀਫੋਰਨੀਆ ਦੇ ਵਿੱਚ, ਵਾਸ਼ਿੰਗਟਨ ਦੇ ਵਿੱਚ, ਉਹਨਾਂ ਨੇ ਪ੍ਰੋਡਕਸ਼ਨ ਜਿਹੜੀ ਹੈ ਉਹ ਕਾਫੀ ਕਹਿੰਦੇ ਵਧਾਉਣੀ ਸ਼ੁਰੂ ਕਰ ਦਿੱਤੀ ਹੈ। ਅਤੇ ਉਹ ਮੇਨ ਡਰਾਈਵਰਸ ਨੇ ਇਹਦੇ ਪਿੱਛੇ ਜਿਹੜੇ ਕੀਮਤਾਂ ਨੂੰ ਘਟਾਉਣਗੇ, ਕਿਉਂਕਿ ਜਦੋਂ ਕਿਸੇ ਚੀਜ਼ ਦੀ ਸਪਲਾਈ ਵੱਧਦੀ ਆ ਤਾਂ ਉਹਦੀਆਂ ਕੀਮਤਾਂ ਥੱਲੇ ਆ ਜਾਂਦੀਆਂ। ਹੁਣ ਜਦੋਂ ਅੰਦਾਜ਼ੇ ਲੱਗਣ ਲੱਗ ਪਏ ਵੀ ਉੱਧਰਲੇ ਪਾਸਿਓਂ ਸਪਲਾਈ ਵੱਧ ਜਾਣੀ ਹੈ, ਅਤੇ ਫਿਰ ਨਾਲ ਹੀ ਲੋਕਾਂ ਨੇ ਅੰਦਾਜ਼ਾ ਲਾਉਣਾ ਸ਼ੁਰੂ ਕਰ ਦਿੱਤਾ ਵੀ ਇਹਦਾ ਮਤਲਬ ਆ ਕੀਮਤਾਂ ਜਿਹੜੀਆਂ ਉਹ ਥੱਲੇ ਆ ਜਾਣਗੀਆਂ। ਸੋ ਬਹੁਤ ਜ਼ਿਆਦਾ ਥੱਲੇ ਤਾਂ ਨਹੀਂ ਕਹਿੰਦੇ, ਪਰ ਦੁਬਾਰਾ ਜਿਹੜੀਆਂ ਕੁਛ ਥਾਂ ਸਿਰ ਕੀਮਤਾਂ 30-35 ਸੈਂਟ ਰੈਗੂਲਰ ਗੈਸੋਲੀਨ ਜਿਹੜੀ ਆ ਉਹ ਥੱਲੇ ਨੂੰ ਆ ਜਾਊਗੀ। ਅਤੇ ਇਹ ਇੱਕ ਥੋੜ੍ਹਾ ਜਿਹਾ ਚੰਗਾ ਹੈਗਾ ਆ। ਡੀਜ਼ਲ ਦੀ ਡਿਮਾਂਡ ਜਿਹੜੀ ਆ ਇਸ ਵੇਲੇ ਕਾਫੀ ਜ਼ਿਆਦਾ ਆ, ਅਤੇ ਇਹਦੇ ਵਿੱਚ ਓਨੀ ਜ਼ਿਆਦਾ ਰਾਹਤ ਡੀਜ਼ਲ ਦੇ ਵਿੱਚ ਗੈਸੋਲੀਨ ਜਿੰਨੀ ਮਿਲਣ ਦੀ ਨਹੀਂ ਆਸ ਨਜ਼ਰ ਆ ਰਹੀ, ਪਰ ਫਿਰ ਵੀ ਕੁਛ ਨਾ ਕੁਛ ਆਸ ਲੋਕ ਜ਼ਰੂਰ ਕਰ ਰਹੇ ਆ। ਔਰ ਇੱਥੇ ਗੈਸ ਦੀਆਂ ਕੀਮਤਾਂ ਬਾਰੇ ਇਹ ਗੱਲ ਵੀ ਜ਼ਿਆਦਾ ਚਰਚਾ ਵਾਲੀ ਹੈ ਕਿ ਅਸੀਂ ਬ੍ਰਿਟਿਸ਼ ਕੋਲੰਬੀਆ 'ਚ ਰਹਿਣ ਵਾਲੇ ਲੋਕ ਸਭ ਤੋਂ ਜ਼ਿਆਦਾ ਗੈਸ ਦੀ ਕੀਮਤ ਪੇ ਕਰਦੇ ਹਾਂ ਨਾਰਥ ਅਮਰੀਕਾ ਦੇ ਵਿੱਚ। ਪਿਛਲੇ ਕੁਛ ਮਹੀਨਿਆਂ ਦੇ ਵਿੱਚ $2.40 ਤੱਕ ਵੀ ਜਿਹੜੀ ਰੈਗੂਲਰ ਗੈਸ ਆ ਕੁਛ ਸਮੇਂ ਦੇ ਉੱਤੇ ਰਹੀ ਆ। ਸੋ ਜਿਹੜੀ ਲਾਸਟ ਟਾਈਮ ਮੈਟਰੋ ਵੈਨਕੂਵਰ ਦੇ ਵਿੱਚ $2 ਤੋਂ ਜਿਹੜੀ ਲੀਟਰ ਦੀ ਘਟ ਗਈ ਆ ਉਹ ਮਹੀਨਾ ਕੁ ਪਹਿਲਾਂ ਹੋਈ ਸੀ, ਨਹੀਂ ਤਾਂ ਮੁੜ ਕੇ $2 ਤੋਂ ਉੱਤੇ ਹੀ ਇਹ ਰਹੀ ਆ। ਗੈਸ ਨਾਲ ਜੁੜੀ ਦੂਜੀ ਖਬਰ ਇਹ ਆ ਵੀ ਗੈਸ ਦੀਆਂ ਕੀਮਤਾਂ ਘਟ ਰਹੀਆਂ ਅਤੇ ਸਰਕਾਰ ਵੀ ਯਤਨ ਕਰ ਰਹੀ ਸੀ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜੀਆਂ ਇਹ ਕੀਮਤਾਂ ਆ ਲੋਕਾਂ ਨੂੰ ਕੁਛ ਨਾ ਕੁਛ ਰਾਹਤ ਦਿੱਤੀ ਜਾਵੇ, ਅਤੇ ਉਹ ਰਾਹਤ ਟਰਾਈ ਕੀਤੀ ਜਾ ਰਹੀ ਸੀ ਪਿਛਲੇ ਲੰਬੇ ਸਮੇਂ ਤੋਂ ਵੱਖ-ਵੱਖ ਤਰੀਕਿਆਂ ਦੇ ਨਾਲ।
ਤੇ ਕੁਛ ਜਿਹੜੇ ਸੀਗੇ ਲੋਕਾਂ ਨੇ ਇਹ ਕੁਛ ਜਿਹੜੇ ਪ੍ਰੋਵਿੰਸਸ ਸੀਗੇ ਉਹਨਾਂ ਨੇ ਕੁਛ ਆਪਣੇ ਟੈਕਸ ਰਿਮੂਵ ਕੀਤੇ ਸੀ, ਕੁਛ ਨੇ ਕੁਛ ਹੋਰ ਕੰਮ ਕੀਤਾ ਸੀ ਤੇ ਕੁਝ ਥਾਵਾਂ ਦੇ ਉੱਤੇ ਜਿਹੜੀ ਕੁਛ ਰਿਬੇਟ ਵੀ ਦਿੱਤੀ ਗਈ ਸੀ ਕਿ ਲੋਕਾਂ ਨੂੰ ਜਿਹੜੇ ਚੈੱਕ ਆ ਉਹ ਭੇਜੇ ਗਏ ਸੀ ਕਿ ਉਹਨਾਂ ਨੂੰ ਜਿਹੜੇ ਇੱਕ ਅਮਾਊਂਟ ਦੇ ਸਰਟਨ ਅਮਾਊਂਟ ਦੇ ਚੈੱਕ ਜਿਹੜੇ ਭੇਜੇ ਗਏ ਸੀ ਤੇ ਉਹ ਚੈੱਕ ਜਿਹੜੇ ਆ ਕੁਛ ਦੇ ਡਾਇਰੈਕਟਲੀ ਉੱਥੇ ਡਿਪੋਜ਼ਿਟ ਹੋ ਗਏ ਸੀ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜੇ ਡਰਾਈਵਰ ਸੀ ਇਹਨਾਂ ਨੂੰ ਇੱਕ ਖਾਸ ਇਹਨਾਂ ਨੇ ਰਾਹਤ ਦਿੱਤੀ ਸੀ ਵੀ ਇੱਕ ਸੈੱਟ ਅਮਾਊਂਟ ਲੋਕਾਂ ਦੇ ਘਰਾਂ ਦੇ ਵਿੱਚ ਚੈੱਕ ਭੇਜ ਦਿੱਤਾ ਸੀ। ਬਹੁਤ ਸਾਰੇ ਲੋਕ ਹਜੇ ਵੀ ਚੈੱਕ ਉਡੀਕ ਰਹੇ ਸੀ, ਉਹਨਾਂ ਨੂੰ ਆਇਆ ਨਹੀਂ ਸੀ ਤੇ ਹੁਣ ਕਿਹਾ ਜੁਲਾਈ 'ਚ ਕਿਹਾ ਸੀ ਇਹਨਾਂ ਨੇ ਵੀ ਸਾਰੇ ਚੈੱਕ ਮੇਲ ਕਰ ਦਿੱਤੇ ਪਰ ਹੋਏ ਨਹੀਂ ਸੀ। ਹੁਣ ਅੱਜ ਜਿਹੜੀ ਖਬਰ ਆਈ ਆ ICBC ਵੱਲੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਿ ਇਹਨਾਂ ਨੇ 11,000 ਚੈੱਕ ਰੀਇਸ਼ੂ ਕੀਤਾ ਆ। ਰਿਲੀਫ ਡਿਬੇਟ ਜਿਹੜਾ ਉਹਨਾਂ ਨੂੰ ਨਹੀਂ ਮਿਲਿਆ ਸੀ, ਜਿਹੜੀ ਇੰਸ਼ੋਰੈਂਸ ਕਸਟਮਰ ਸਰਵਿਸ ਆ ਉਹ ਦੱਸ ਰਿਹਾ ਆ ਕਿ 11,000 ਚੈੱਕ ਰੀਇਸ਼ੂ ਕਰ ਦਿੱਤਾ ਆ ਤੇ ਇਹਦੇ ਨਾਲ ਜਿਹੜਾ ਉਹਨਾਂ ਲੋਕਾਂ ਨੂੰ ਵੀ ਰਾਹਤ ਮਿਲੂਗੀ ਤੇ ਇੱਕ ਰਿਬੇਟ ਜਿਹੜੀ ਆ ਇਸ ਮਾਮਲੇ ਦੇ ਉੱਤੇ ਥੋੜ੍ਹਾ ਜਿਹਾ ਸੁੱਖ ਦਾ ਸਾਹ ਉਹਨਾਂ ਨੂੰ ਇਸ ਮਾਮਲੇ ਦੇ ਵਿੱਚ ਆਊਗਾ ਕਿਉਂਕਿ ਇਹ ਇੱਕ ਸੀਗਾ ਕਿ ਕੁਛ ਰਾਹਤ ਲੋਕਾਂ ਨੂੰ ਇਹਦੇ ਨਾਲ ਜਿਹੜੀ ਉਹ ਮਿਲ ਜੂਗੀ। ਕੁਛ ਲੋਕ ਜਿਹੜੇ ਵੇਟ ਕਰ ਰਹੇ ਸੀਗੇ 6 ਮਹੀਨਿਆਂ ਤੋਂ ਜ਼ਿਆਦਾ ਸਮਾਂ ਹੋ ਗਿਆ ਜਦੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਅਨਾਊਂਸਮੈਂਟ ਕੀਤੀ ਗਈ ਸੀ ਕਿ ਡਰਾਈਵਰ ਜਿਹੜੇ ਆ ICBC ਰਿਬੇਟ ਉਹਨਾਂ ਨੂੰ ਮਿਲੂਗਾ ਜਿਹੜੀ ਗੈਸ ਦੀ ਜ਼ਿਆਦਾ ਕੀਮਤ ਕਰਕੇ। ਸੋ ਅੱਜ ਇਹ ਵੀ ਸੂਚਨਾ ਹੈ ਕਿ 11,000 ਉਹ ਚੈੱਕ ਤੁਹਾਨੂੰ ਪੋਸਟ ਕਰ ਦਿੱਤਾ ਗਿਆ। ਜੇ ਨਹੀਂ ਮਿਲਿਆ ਤਾਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਤੁਹਾਨੂੰ ਇਹ ਜਿਹੜਾ ਚੈੱਕ ਆ ਮਿਲ ਜਾਊਗਾ। ਸਤੰਬਰ ਦੇ ਵਿੱਚ 3.5 ਮਿਲੀਅਨ ਚੈੱਕ ਜਿਹੜੇ ਆ ਉਹ ਇਸ਼ੂ ਕੀਤੇ ਗਏ ਸੀ ਤੇ ਇਹ ਲਗਭਗ 396 ਮਿਲੀਅਨ ਦੀ ਰਾਸ਼ੀ ਬਣਦੀ ਸੀ। ਜਿਹੜਾ ਸਰਕਾਰ ਨੇ ਪ੍ਰੋਵਿੰਸ਼ਲ ਸਰਕਾਰ ਨੇ ਪ੍ਰੋਮਿਸ ਕੀਤਾ ਸੀ ਮਾਰਚ 22 ਦੇ ਵਿੱਚ, ਐਸੇ ਸਾਲ ਮਾਰਚ ਮਹੀਨੇ ਦੇ ਵਿੱਚ ਕਿ ਰਿਬੇਟ ਜਿਹੜੀ ਆ ਤੁਹਾਨੂੰ ਥੋੜ੍ਹੀ ਜਿਹੀ ਫਾਈਨੈਂਸ਼ੀਅਲ ਹੈਲਪ ਦੇਊਗੀ। ਇੰਨਾ ਜ਼ਿਆਦਾ ਤਾਂ ਨਹੀਂ ਵੀ $2 ਦੀਆਂ ਕੀਮਤ ਜਿਹੜੀ ਗੈਸ ਪਵਾ ਰਹੇ ਉਹਨੂੰ ਕੁਛ ਰਾਹਤ ਮਿਲੂਗੀ ਪਰ ਫਿਰ ਵੀ ਉਹਨਾਂ ਨੇ ਕਿਹਾ ਸੀ ਕਿ ਕੁਛ ਰਾਹਤ ਤੁਹਾਨੂੰ $110 ਦਾ ਚੈੱਕ ਜਦੋਂ ਤੁਹਾਡੇ ਕਮਰਸ਼ੀਅਲ ਡਾਲਰ ਦੇ ਜਿਹੜੇ ਡਰਾਈਵਰ ਨੇ ਤੇ $165 ਦਾ ਜਿਹੜਾ ਦੂਜਿਆਂ ਦੇ ਜਿਹੜੇ ਕਮਰਸ਼ੀਅਲ ਡਰਾਈਵਰ ਦੇ ਤੇ $110 ਦਾ ਦੂਜਿਆਂ ਦੇ ਕੋਲ ਆਊਗਾ ਉਹਦੇ ਨਾਲ ਪ੍ਰੀਮੀਅਰ ਜੌਨ ਹੌਰਗਨ ਨੇ ਕਿਹਾ ਸੀ ਕਿ ਕੁਛ ਨਾ ਕੁਛ ਰਾਹਤ ਤੁਹਾਨੂੰ ਮਿਲ ਸਕਦੀ ਆ। ਸੋ ਇੱਕ ਅਜੇ ਵੀ ਗੱਲ ਆ ਕਿ ਉਹ ਚੈੱਕ ਵੀ ਦੁਬਾਰਾ ਜਿਹੜੇ ਇਸ਼ੂ ਕੀਤੇ ਗਏ ਆ ਤੇ ਦੂਜੀ ਇਸ ਮਾਮਲੇ ਦੇ ਵਿੱਚ ਵੱਡੀ ਖਬਰ ਕਿ ਗੈਸ ਦੀਆਂ ਕੀਮਤਾਂ ਹੁਣ $2 ਤੋਂ ਥੱਲੇ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਆ ਜਾਣਗੀਆਂ। ਅਰਾਈਵਕਨ ਐਪ ਬਾਰੇ ਬਹੁਤ ਸਾਰੀ ਕੰਟਰੋਵਰਸੀ ਹੋਈ। ਜਿਹੜੇ ਲੋਕ ਵੀ ਪਿਛਲੇ ਸਮੇਂ ਦੇ ਵਿੱਚ ਆਏ ਆ ਕੈਨੇਡਾ ਉਹਨਾਂ ਨੇ ਇਹਦੇ ਬਾਰੇ ਕਈ ਗੱਲਾਂ ਸੁਣੀਆਂ। ਜਦੋਂ ਤੋਂ ਕਰੋਨਾ ਬਹੁਤ ਸਿਰੇ 'ਤੇ ਸੀ ਸਾਰੇ ਦੇਸ਼ਾਂ ਨੇ ਆਪਣੀਆਂ ਆਪਣੀਆਂ ਐਪਸ ਬਣਾਈਆਂ ਸੀ, ਕੈਨੇਡਾ ਨੇ ਵੀ ਆਪਣੀ ਐਪਲੀਕੇਸ਼ਨ ਬਣਾਈ ਸੀ ਔਰ ਇਸ ਐਪ ਦੇ ਥਰੂ ਕਈ ਕੁਛ ਹੁੰਦਾ ਸੀ, ਕਈ ਡਾਟਾ ਉਹਦੇ 'ਤੇ ਅਪਲੋਡ ਹੁੰਦਾ ਸੀ, ਸਰਕਾਰ ਕੋਲ ਜਾਂਦਾ ਸੀ। ਬੇਸਿਕਲੀ ਇਹਦਾ ਮਤਲਬ ਸੀਗਾ ਕਿ ਏਅਰਪੋਰਟ ਦੇ ਉੱਤੋਂ ਜਦੋਂ ਲੋਕ ਆ ਰਹੇ ਆ ਉਹਨਾਂ ਨੂੰ ਥੋੜ੍ਹੀ ਜਿਹੀ ਸੌਖ ਹੋਵੇ ਇਮੀਗ੍ਰੇਸ਼ਨ ਦੇ ਵਿੱਚ, ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜੇ ਤੇ ਤਾਂ ਕਿ ਉਹ ਇਹਦੇ ਉੱਤੇ ਆਪਣਾ ਡਾਟਾ ਅਪਲੋਡ ਕਰ ਸਕਣ। ਜ਼ਰੂਰੀ ਸ਼ਰਤ ਸੀਗੀ ਇਹ, ਹੁਣ ਆਪਸ਼ਨਲ ਹੋ ਗਈ ਆ ਵੀ ਤੁਸੀਂ ਕੈਨੇਡਾ ਵੜਨ ਤੋਂ ਪਹਿਲਾਂ ਇਸ ਐਪ ਦੇ ਉੱਤੇ ਫੋਨ ਦੇ ਉੱਤੇ ਜਾ ਕੇ ਆਪਣਾ ਡਾਟਾ ਫਿਲ ਕਰੋ ਤਾਂ ਤੁਸੀਂ ਅੱਗੇ ਜਿਹੜਾ ਤੁਹਾਨੂੰ ਉੱਥੇ ਜਾ ਸਕਦੇ ਸੀ, ਨਹੀਂ ਤਾਂ ਜੁਰਮਾਨਾ ਲੱਗਦਾ ਸੀ। ਜਦੋਂ ਇਹ ਐਪ ਬਣੀ ਸੀ ਤਾਂ ਇਹ ਚਰਚਾ ਬਹੁਤ ਹੋਈ ਸੀ ਇਸ ਐਪ ਦੀ ਵੀ ਸਰਕਾਰ ਕਹਿੰਦੀ ਸੀ ਵੀ ਇਹ ਬਹੁਤ ਔਖੀ ਬਣੀ ਹੈ ਤੇ ਪੈਸਾ ਬੜਾ ਲੱਗਿਆ ਤੇ ਦਿਮਾਗ ਬੜੇ ਲੋਕਾਂ ਦਾ ਲੱਗਿਆ ਤੇ ਫਿਰ ਜਾ ਕੇ ਐਪ ਤਿਆਰ ਕੀਤੀ ਆ। ਟੋਰਾਂਟੋ ਦੀ ਇੱਕ ਕੰਪਨੀ ਆ ਉਹਨਾਂ ਨੇ ਕੀ ਕੀਤਾ, ਆਹ ਥੋੜ੍ਹੇ ਦਿਨ ਪਹਿਲਾਂ ਹੀ 48 ਘੰਟਿਆਂ ਦੇ ਵਿੱਚ ਉੱਦਾਂ ਦੀ ਇੱਕ ਮਤਲਬ ਐਪ ਬਣਾ ਕੇ ਸਾਹਮਣੇ ਰੱਖ ਦਿੱਤੀ, ਉਹਨੂੰ ਮਤਲਬ ਕਲੋਨ ਕਰ ਦਿੱਤਾ। ਕਹਿੰਦੇ ਜੀ ਆਹ ਅਰਾਈਵਕਨ ਐਪ ਆ ਜਿਹਦੇ ਤੋਂ ਤੁਸੀਂ ਇੰਨਾ ਪੈਸਾ ਲਾਇਆ ਤਾਂ $1 ਮਿਲੀਅਨ ਦੇ ਵਿੱਚ ਉਹ ਐਪ ਤਿਆਰ ਹੋ ਗਈ ਆ। ਸ਼ੀਤਲ ਜੇਤਲੀ ਦੱਸਦੇ ਦੇ ਚੀਫ ਐਗਜ਼ੀਕਿਊਟਿਵ ਆਫਿਸਰ ਨੇ ਟੋਰਾਂਟੋ ਬੇਸਡ ਟਰਾਈਬਲ ਸਕੇਲ ਕੰਪਨੀ ਦੇ, ਉਹ ਕਹਿੰਦੇ ਵੀ ਇਹ ਸਾਨੂੰ $1 ਮਿਲੀਅਨ ਤੋਂ ਵੀ ਘੱਟ ਲੱਗਾ ਤੇ ਘੰਟੇ 48 ਲੱਗਿਆ ਇਹ ਐਪ ਬਣਾਉਣ ਦੇ ਲਈ। ਤੇ ਹੁਣ ਤੁਸੀਂ ਇਹ ਸੋਚ ਕੇ ਦੇਖੋ ਵੀ ਜੇ ਇੱਕ ਕੰਪਨੀ ਨੇ 48 ਘੰਟਿਆਂ ਦੇ ਵਿੱਚ ਹੀ ਐਪ ਇਹ ਅਰਾਈਵਕਨ ਦੇ ਵਰਗੀ ਬਣਾ ਕੇ ਰੱਖ ਦਿੱਤੀ, ਉਹ ਵੀ $1 ਮਿਲੀਅਨ ਤੋਂ ਘੱਟ ਖਰਚੇ ਦੇ ਵਿੱਚ। ਤੇ ਜਿਹੜੀ ਸਰਕਾਰ ਕਹਿੰਦੀ ਸੀ, ਫੈਡਰਲ ਸਰਕਾਰ ਕਹਿੰਦੀ ਸੀ ਕਿ ਇਮੀਗ੍ਰੇਸ਼ਨ ਪ੍ਰੋਸੈਸ ਨੂੰ ਤੇਜ਼ ਕਰਨ ਦੇ ਲਈ ਅਸੀਂ ਜਿਹੜੀ COVID-19 ਦੇ ਲਈ ਇਹ ਐਪ ਬਣਾਈ ਸੀ ਤੇ ਉਹਦੇ ਉੱਤੇ ਤਾਂ ਕਿੰਨੇ ਹੀ $1 ਮਿਲੀਅਨ ਦੱਸਿਆ ਜਾ ਰਿਹਾ ਸੀ ਕਿ ਜਿਹੜਾ ਖਰਚਾ ਆਇਆ ਸੀ। ਤੇ ਉਹਦੇ ਸਾਹਮਣੇ ਜਿਹੜੀ ਕੁਛ ਅੰਕੜੇ ਦੱਸਦੇ, ਜਿਹੜੀ ਆਰਗੇਨਾਈਜੇਸ਼ਨ ਕਹਿੰਦੀ ਸੀ ਵੀ ਇਹ ਤੇ $29 ਮਿਲੀਅਨ ਲੱਗਿਆ, $29.5 ਮਿਲੀਅਨ, ਪਰ ਕੁਛ ਰਿਪੋਰਟਸ ਕਹਿੰਦੇ ਸੀ ਇਹ ਤੇ $54 ਮਿਲੀਅਨ ਲੱਗਿਆ। ਸਰਕਾਰ ਕਹਿ ਰਹੀ ਹੈ ਕਿ ਅਰਾਈਵਕਨ ਐਪ ਬਣਾਉਣ ਦੇ ਉੱਤੇ ਜਾਂ ਅੰਕੜੇ ਕਹਿ ਰਹੇ ਆ ਕਿ $54 ਮਿਲੀਅਨ ਲੱਗਾ। ਤੇ ਟੋਰਾਂਟੋ ਦੀ ਇੱਕ ਕੰਪਨੀ ਨੇ ਕੱਲ੍ਹ ਸ਼ੁੱਕਰਵਾਰ ਉਹਨਾਂ ਨੇ ਸ਼ੁਰੂ ਕੀਤੀ ਤੇ ਸ਼ਨੀਵਾਰ ਦੁਪਹਿਰ ਤੱਕ ਉਹ ਕਹਿੰਦੇ ਬਹੁਤਾ ਕੰਮ ਨਿਬੜ ਗਿਆ ਸੀ। ਐਤਵਾਰ ਦੁਪਹਿਰ ਤੱਕ ਅਰਾਈਵਕਨ ਵਰਗੀ ਇੱਕ ਹੋਰ ਐਪ ਤੇ $1 ਮਿਲੀਅਨ ਤੋਂ ਵੀ ਘੱਟ ਖਰਚੇ ਦੇ ਵਿੱਚ ਬਣਾ ਕੇ ਉਹਨੇ ਸਰਕਾਰ ਦੇ ਸਾਹਮਣੇ ਰੱਖ ਦਿੱਤੀ ਵੀ ਤੁਸੀਂ $54 ਮਿਲੀਅਨ ਕਿੱਥੇ ਲਾਏ ਆ ਜਿਹੜੇ ਟੈਕਸ ਪੇਅਰ ਦੇ ਆ।
ਵੀ ਇਹ ਮਿਸਲੀਡਿੰਗ ਆ, ਵੀ ਇੰਨਾ ਪੈਸਾ ਨਹੀਂ ਲੱਗ ਸਕਦਾ, ਥੋੜ੍ਹਾ ਬਹੁਤਾ ਫਰਕ ਹੋ ਸਕਦਾ, ਦੁੱਗਣਾ ਤਿੱਗਣਾ 4 ਗੁਣਾ, ਇਹ ਤਾਂ 54 55 ਗੁਣਾ ਦਾ ਫਰਕ ਇਹਦੇ ਵਿੱਚੋਂ ਨਿਕਲਿਆ। ਅਤੇ ਬਹੁਤੇ ਜਿਹੜੇ ਲੋਕ ਨੇ ਉੱਥੇ ਐਂਥਨੀ ਹਾਊਸਫੋਰਡ ਨੇ ਮੈਂਬਰ ਪਾਰਲੀਮੈਂਟ ਨੇ ਉੱਥੇ ਮਾਊਂਟ ਰਾਇਲ ਤੋਂ, ਉਹ ਕਹਿੰਦੇ ਵੀ ਜਿਹੜਾ 54 ਮਿਲੀਅਨ ਫਿਗਰ ਆ ਨਾ, ਇਹਨੂੰ ਹੋਰ ਤਰੀਕੇ ਦੇ ਨਾਲ ਇਹਦੇ ਵਿੱਚ ਹੋਰ ਜਿਹੜੀ ਕੌਂਟੈਕਟ ਟ੍ਰੇਸਿੰਗ ਸੀਗੀ ਆਫਿਸਰਸ ਦੇ ਲਈ ਉਹ ਵੀ ਐਡ ਕੀਤੀ ਗਈ ਸੀ, ਵੀ ਇਹ ਸਿਰਫ ਐਪ ਦੇ ਉੱਤੇ ਲਾ ਕੇ ਨਾ ਇਹਨੂੰ ਮੰਨੋ। ਦੂਜਾ ਉਹ ਕਹਿੰਦੇ ਵੀ ਸਾਰੀਆਂ ਐਪ ਸੇਮ ਨਹੀਂ ਹੁੰਦੀਆਂ, ਐਪ ਤੁਸੀਂ ਕੋਈ ਵੀ ਬਣਾ ਸਕਦੇ ਹੋ ਉੱਦਾਂ ਦੀ, ਵੀ ਜਿਹੜੀ ਅਰਾਈਵ ਕੈਨ ਐਪ ਆ ਇਹ ਸਿੰਪਲ ਇਨਫੋਰਮੇਸ਼ਨ ਸ਼ੇਅਰਿੰਗ ਐਪ ਨਹੀਂ ਹੈ ਕਿ ਕੋਈ ਜਾਣਕਾਰੀ ਉਹਦੇ ਦੇ ਦਿੱਤੀ ਉਹ ਆ ਗਈ। ਇਹ ਇੱਕ ਬਹੁਤ ਸਿਕਿਉਰ ਟ੍ਰਾਂਜੈਕਸ਼ਨਲ ਟੂਲ ਆ ਜਿਹੜਾ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਵਰਤਦਾ ਆ ਇਹ ਵੈਰੀਫਾਈ ਕਰਨ ਦੇ ਲਈ ਤੁਹਾਡੀ ਵੈਕਸੀਨੇਸ਼ਨ ਹੋਈ ਆ ਜਾਂ ਉਹਦਾ ਕੀ ਸਟੇਟਸ ਆ। ਹੁਣ ਇਹ ਵੀ ਦੱਸਦੇ ਆ ਕਿ ਇਹਨੂੰ ਜਿਹੜੇ ਉਹ ਜਿਨ੍ਹਾਂ ਨੇ ਬਣਾਈ ਆ ਉਹ ਕਹਿੰਦੇ ਵੀ ਇਹ ਤਾਂ ਬਹੁਤ ਸੌਖੀ ਬਣ ਗਈ, ਇਹ ਤਾਂ ਗੱਲ ਹੀ ਬੜੀ ਸਿੱਧੀ ਜਿਹੀ ਸੀਗੀ ਵੀ ਸਾਡੇ ਕੋਲ ਜਿੰਨੇ ਅਸੀਂ ਇਹ 'ਤੇ ਐਫਰਟ ਲਾਏ ਆ, ਉਹ ਕਹਿੰਦੇ ਵੀ ਓਨੈਸਟਲੀ ਇਹਨੂੰ ਐਵੇਂ ਗਲੋਰੀਫਾਈ ਕੀਤਾ ਸਰਕਾਰ ਨੇ ਅਰਾਈਵ ਕੈਨ ਐਪ ਨੂੰ, ਰੌਲਾ ਰੱਪਾ ਜ਼ਿਆਦਾ ਪਾ ਦਿੱਤਾ, ਪਰ ਇਹਦੇ ਵਿੱਚ ਇੰਨਾ ਕੁਛ ਹੈ ਨਹੀਂ ਸੀ ਜਿੰਨਾ ਉਹ ਦੱਸਿਆ ਜਾ ਰਿਹਾ। ਲੇਜ਼ਰ ਟੈਕਨੋਲੋਜੀਜ਼ ਨੇ ਟੋਰਾਂਟੋ ਬੇਸਡ ਇੱਕ ਕੰਪਨੀ, ਉਹ ਡਿਜ਼ਾਈਨ ਕੀਤੀ ਉਹਨਾਂ ਨੇ ਬਹੁਤ ਸਾਰੇ ਪ੍ਰੋਡਕਟਸ ਨੂੰ, ਅਤੇ ਉਹ ਕਹਿੰਦੇ ਵੀ ਜਿਹੜਾ ਇਹ ਸਾਰੇ ਕੁਛ ਦੇ ਵਿੱਚ ਜਿਹੜਾ EMPLOYEES ਨੂੰ ਉਹਨਾਂ ਨੇ ਕਿਹਾ ਵੀ ਚਲੋ ਆਪਾਂ ਰੀਬਿਲਡ ਕਰਦੇ ਹਾਂ ਇਹ ਇੱਕ ਕੋਰ ਐਪ, ਅਤੇ ਇਸ ਥੈਂਕਸਗਿਵਿੰਗ ਵੀਕਐਂਡ ਦੇ ਉੱਤੇ, ਅਤੇ ਉਹਨਾਂ ਨੇ ਕਹਿੰਦੇ ਸ਼ੁਰੂ ਕੀਤੀ, ਅਤੇ 48 ਘੰਟਿਆਂ ਦੇ ਵਿੱਚ ਇਹਨੂੰ ਸਾਰੇ ਕੁਛ ਨੂੰ ਬਣਾ ਕੇ ਉਹਨਾਂ ਨੇ ਸਰਕਾਰ ਦੇ ਸਾਹਮਣੇ ਰੱਖ ਦਿੱਤਾ। ਹੁਣ ਰੌਲਾ ਇਹ ਪਿਆ ਆ ਵੀ ਜੇ ਉਹ 1 ਮਿਲੀਅਨ 'ਚ ਬਣਾ ਸਕਦੇ ਆ ਅਤੇ ਸਰਕਾਰ ਨੇ 54 ਮਿਲੀਅਨ ਕਾਹਦੇ ਉੱਤੇ ਲਾ ਦਿੱਤੇ। ਸਰਕਾਰ ਇਹ ਕਹਿੰਦੀ ਵੀ ਹੋ ਸਕਦਾ ਇਹਦੇ 'ਚ ਕੁਛ ਗਲਤੀਆਂ ਹੋਣ, ਬਹੁਤ ਕੁਛ ਇਹਦੇ ਵਿੱਚ ਅਸੀਂ ਇੰਪਰੂਵ ਵੀ ਇੱਦਾਂ ਹੀ ਕਰਦੇ ਹਾਂ, ਪਿਛਲੀਆਂ ਗਲਤੀਆਂ ਤੋਂ ਸਿੱਖ ਕੇ ਹੀ ਅਸੀਂ ਅੱਗੇ ਜਾਂਦੇ ਹਾਂ। ਕਈ ਮਹੀਨਿਆਂ ਤੱਕ ਅਰਾਈਵ ਕੈਨ ਐਪ ਨੂੰ ਕ੍ਰਿਟੀਸਾਈਜ਼ ਕਰਦੇ ਰਹੇ ਆ ਇਹਦੇ ਟੈਕਨੀਕਲ ਗਲਿਚਸ ਕਰਕੇ, ਜਾਂ ਜਿਹੜਾ ਇਹਦੇ ਆਊਟਡੇਟਡ ਹੈਲਥ ਸਟੈਂਡਰਡ ਨੇ ਵੀ ਇਹ ਕਿਹਾ ਸੀਗਾ ਕਿ ਇਹਦੇ ਜਿਹੜੇ ਬਾਰਡਰ ਦੀਆਂ ਕਮਿਊਨਿਟੀਜ਼ ਆ ਉਹਨਾਂ ਦੇ ਉੱਤੇ ਇੱਕ ਬੈਰੀਅਰ ਲੱਗਾ ਆ। ਇਹ ਕਈ ਗੱਲਾਂ ਕਰਕੇ ਅਰਾਈਵ ਕੈਨ ਦੀ ਆਲੋਚਨਾ ਹੁੰਦੀ ਰਹੀ ਹੈ, ਅਤੇ ਹੁਣ ਜਦੋਂ ਇਹ ਅਰਾਈਵ ਕੈਨ ਆਪਸ਼ਨਲ ਕਰ ਦਿੱਤੀ ਗਈ ਵੀ ਜ਼ਰੂਰੀ ਨਹੀਂ ਹੈ, ਤੁਸੀਂ ਆਪਣੇ ਹਿਸਾਬ ਨਾਲ ਉਹਦੇ ਉੱਤੇ ਡਾਟਾ ਦੇ ਸਕਦੇ ਆ, ਤਾਂ ਉਸ ਵੇਲੇ ਇਹਦੀ ਨਵੀਂ ਆਲੋਚਨਾ ਸ਼ੁਰੂ ਹੋ ਗਈ ਹੈ ਇਹਦੀ ਬਣਾਉਣ ਦੀ ਉੱਪਰ ਖਰਚੇ ਗਏ ਪੈਸੇ ਨੂੰ ਲੈ ਕੇ। ਪਤਾ ਨਹੀਂ ਹੁਣ ਇਹ ਕੰਪਨੀ ਸਹੀ ਕਹਿ ਰਹੀ ਹੈ, ਪਤਾ ਨਹੀਂ ਸਰਕਾਰ ਸਹੀ ਕਹਿ ਰਹੀ ਹੈ, ਪਰ ਫਰਕ ਬਹੁਤ ਵੱਡਾ ਹੈ। ਕਿੱਥੇ $1 ਮਿਲੀਅਨ ਅਤੇ ਕਿੱਥੇ $54 ਮਿਲੀਅਨ, ਕਿੱਥੇ ਲਾ ਦਿੱਤਾ $54 ਮਿਲੀਅਨ। ਕੀ ਇਹਨੂੰ ਜਾਣਬੁੱਝ ਕੇ ਗਲੋਰੀਫਾਈ ਕਰਕੇ ਪੇਸ਼ ਕੀਤਾ ਗਿਆ ਵੀ ਇਹ ਬਹੁਤ ਜ਼ਬਰਦਸਤ ਐਪ ਹੈ ਜਦੋਂ ਕਿ ਗੱਲ ਇਹਦੇ ਵਿੱਚ ਕੁਛ ਵੀ ਨਹੀਂ ਸੀ, ਜਾਂ ਜਿਹੜਾ ਹੈਗਾ ਕਿ ਇਹਨੂੰ ਸੱਚਮੁੱਚ ਹੀ ਇਹਦੇ ਵਿੱਚ ਕੌਂਟੈਕਟ ਟ੍ਰੇਸਿੰਗਸ ਅਤੇ ਹੋਰ ਸਾਰਾ ਕੁਛ ਸੀਗਾ ਜਿਹੜਾ ਆਮ ਸਧਾਰਨ ਐਪ ਦੇ ਵਿੱਚ ਨਹੀਂ ਹੁੰਦਾ। ਉਸ ਵੇਲੇ ਜਦੋਂ ਇਹਨੂੰ ਬਣਾਉਣਾ ਸੀਗਾ, ਉਸ ਵੇਲੇ ਇਹਨੂੰ ਬਣਾਉਣ ਦੇ ਲਈ ਜਿਸ ਕਿਸਮ ਦੇ ਯਤਨ ਚਾਹੀਦੇ ਸੀ ਜਾਂ ਜੋ ਕੁਛ ਚਾਹੀਦਾ ਸੀ ਉਹ ਸ਼ਾਇਦ ਉਸ ਵੇਲੇ ਇੰਨੇ 'ਚ ਹੀ ਪੈਂਦਾ ਹੋਵੇ, ਅਤੇ ਪਰ ਟੈਕਸਪੇਅਰ ਦੇ ਪੈਸੇ ਦੇ ਉੱਤੇ ਇਸ ਵੇਲੇ ਸਵਾਲ ਜ਼ਰੂਰ ਉੱਠ ਰਹੇ ਨੇ। ਕੈਨੇਡਾ ਦੇ ਵੀ ਹੈਲਥ ਕੇਅਰ ਸਿਸਟਮ ਦੇ ਉੱਤੇ ਅਸੀਂ ਬਹੁਤ ਵਾਰੀ ਗੱਲਬਾਤ ਕਰਦੇ ਹਾਂ। ਹੁਣ ਇੱਕ ਹੋਰ ਖਬਰ ਆ ਰਹੀ ਆ ਕਿ ਬਹੁਤੇ ਲੋਕ ਕਈ ਬਿਮਾਰੀਆਂ ਦਾ ਇਲਾਜ ਕਰਾਉਣ ਦੇ ਲਈ US ਜਾ ਰਹੇ ਆ। ਪਹਿਲਾਂ ਸੀਗਾ ਵੀ ਇੱਥੇ ਵਾਰੀ ਨਹੀਂ ਆਉਂਦੀ ਅਤੇ ਅਮਰੀਕਾ ਦੇ ਵਿੱਚ ਵਾਰੀ ਆ ਜਾਂਦੀ, ਬੰਦਾ ਕਹਿੰਦਾ ਜਾਨ ਨਾਲੋਂ ਕੀ ਚੰਗਾ ਪੈਸੇ ਖਰਚ ਕੇ ਉੱਥੇ ਇਲਾਜ ਕਰਾ ਲਓ, ਪੈਸਾ ਕਰਨਾ ਕੀ ਹੈ ਜੇ ਜਾਨ ਨਾ ਰਹੀ। ਹੁਣ ਇਹ ਪਤਾ ਲੱਗਿਆ ਕਿ ਕੁਛ ਸਰਜਰੀਜ਼ ਨੂੰ ਡਾਕਟਰ ਕੈਨੇਡਾ ਦੇ ਵਿੱਚ ਨਾ ਕਰ ਦਿੰਦੇ ਕਿ ਤੁਹਾਡੀ ਇਹ ਸਰਜਰੀ ਨਹੀਂ ਹੋ ਸਕਦੀ, ਉਹੀ ਸਰਜਰੀ ਉੱਥੇ ਪੈਸੇ ਦੇ ਕੇ ਅਮਰੀਕਾ ਦੇ ਵਿੱਚ ਹੋ ਸਕਦੀ ਹੈ, ਅਤੇ ਲੋਕ ਆਪਣੀ ਜਾਨ ਬਚਾ ਕੇ ਇੱਧਰਲੇ ਪਾਸੇ ਆ ਰਹੇ ਆ। ਕੈਂਸਰ ਕੁਛ ਖਾਸ ਕਿਸਮ ਦਾ ਆ। ਇੱਕ ਜਿਹੜੀ ਔਰਤ ਨੇ ਆਪਣੀ ਕਹਾਣੀ ਦੱਸੀ ਆ, ਉਹ ਕਹਿੰਦੀ ਵੀ 4 ਸਾਲ ਪਹਿਲਾਂ ਮੈਨੂੰ ਕੈਂਸਰ ਹੋਇਆ ਸੀ, ਉਸ ਤੋਂ ਬਾਅਦ ਸਾਰੇ ਉਹ ਅੰਦਰ ਫੈਲ ਗਿਆ, ਉਹਦੇ ਅੰਦਰ ਜਿਹੜੇ ਬੋਡੀ ਦੇ ਵਿੱਚ, ਅਤੇ ਸਮਝ ਨਹੀਂ ਸੀ ਆਉਂਦਾ। 30 ਸਾਲ ਦੀ ਉਮਰ ਸੀ, ontario ਦੀ ਰਹਿਣ ਵਾਲੀ, ਕਿ ਕੀ ਕੀਤਾ ਜਾਵੇ। ਅਤੇ ਜਦੋਂ ਉਹਦੇ ਤੋਂ ਬਾਅਦ ਉਹਦਾ ਇੱਥੇ ਜਿੰਨੀ ਕੁ ਟਰੀਟਮੈਂਟ ਕਰ ਸਕਦੇ ਸੀ ਕਹਿੰਦੇ ਉਹ ਹੋਈ। 2018 ਦੇ ਵਿੱਚ ਅਪੈਂਡਿਕਸ ਕੈਂਸਰ ਸੀਗਾ, ਜਿਹੜਾ ਸਾਡੇ ਅੰਦਰ ਇੱਕ ਔਰਗਨ ਹੁੰਦਾ ਅਪੈਂਡਿਕਸ, ਉਹਦਾ ਕੈਂਸਰ ਦੱਸਦੇ ਆ ਕੈਨੇਡੀਅਨ ਡਾਕਟਰ ਨੇ ਉਹਨੂੰ ਟਰੀਟ ਕੀਤਾ। ਇਸ ਕਿਸਮ ਦੇ ਕੈਂਸਰ ਨੂੰ ਜਿੰਨੇ ਤਰੀਕੇ ਦੇ ਨਾਲ ਉਹ ਕਰ ਸਕਦੇ ਸੀ। ਉਹਦੇ ਤੋਂ ਬਾਅਦ ਜਿਹੜੀ CRS ਦੱਸਦੇ ਆ ਉਹਨੂੰ, ਜਿਹੜੀ ਸਾਈਟੋ ਰਿਡਕਟਿਵ ਸਰਜਰੀ, ਅਤੇ ਜਿਹੜੀ ਉਹ ਇੱਕ ਕੈਮੋਥੈਰੇਪੀ ਹੀਟਡ ਕੋਈ ਹੁੰਦੀ ਹੈ HIPEC, ਉਹਦੇ ਨਾਲ ਕਹਿੰਦੇ ਉਹਨਾਂ ਨੇ ਠੀਕ ਕਰਨ ਦਾ ਯਤਨ ਕੀਤਾ। 2 ਸਾਲ ਬਾਅਦ ਜਿਹੜੀ ਇਹ ਇੱਕ ਬੜੀ ਰੇਅਰ ਫਾਰਮ ਸੀਗੀ ਇਸ ਕੈਂਸਰ ਦੀ, ਅਤੇ ਕੈਂਸਰ ਬਾਅਦ ਦੇ ਵਿੱਚ ਫਿਰ ਟਿਊਮਰ ਬਣ ਗਿਆ, ਅਤੇ ਪੂਰੇ ਪੇਟ ਦੇ ਵਿੱਚ ਐਬਡੋਮਨ ਦੇ ਵਿੱਚ ਉਹ ਚਲੇ ਗਿਆ। ਬਾਅਦ ਦੇ ਵਿੱਚ ਉਹਨਾਂ ਨੇ ਫਿਰ ਉਹਨੂੰ ਠੀਕ ਠਾਕ ਕੀਤਾ, ਕੈਮੋਥੈਰੇਪੀ ਨੂੰ, ਜਿਹੜੇ ਮਾਈਕਰੋਸਕੋਪਿਕ ਕੈਂਸਰ ਸੈੱਲ ਆ ਉਹਨੂੰ ਕਿਲ ਕਰਕੇ ਉਹਨਾਂ ਨੂੰ ਮਾਰ ਕੇ। ਕੈਨੇਡੀਅਨ ਡਾਕਟਰ ਨੇ ਇਸ ਔਰਤ ਨੂੰ ਕਹਿ ਦਿੱਤਾ ਸੀ ਕਿ ਇਹ ਹੁਣ ਆਪਰੇਟ ਨਹੀਂ ਹੋ ਸਕਦੀ, ਅਤੇ ਨਾ ਅਸੀਂ ਇਹਦਾ ਕੋਈ ਇੱਦਾਂ ਦਾ ਸਰਜਰੀ ਹੋਰ ਕਰ ਸਕਦੇ ਹਾਂ। ਅਤੇ ਅਗਲੇ ਮਹੀਨੇ ਉਹਨੇ ਸਰਜਰੀ ਉਸ ਔਰਤ ਨੇ ਕਰਵਾ ਲਈ,
ਜਿਹੜਾ ਪਿਟਸਬਰਗ ਪੈਨਸਿਲਵੇਨੀਆ ਅਮਰੀਕਾ ਦੇ ਵਿੱਚ, ਤੇ $1,00,000 ਉਹਦਾ ਇਹਦੇ ਉੱਤੇ ਆਇਆ। ਤੇ ਉਹ ਕਹਿੰਦੀ ਵੀ ਗੱਲ ਬਹੁਤ ਡਰਾਉਣੀ ਸੀ, ਪਰ ਉੱਥੇ ਜਾ ਕੇ ਉਹਨੇ ਸਰਜਰੀ ਕਰਵਾ ਲਈ ਤੇ ਉਹ ਠੀਕ ਠਾਕ ਹੈ। ਹੁਣ ਰੌਲਾ ਇਹ ਆ ਵੀ ਜੇ ਉਹਨਾਂ ਨੇ ਸਰਜਰੀ ਕਰ ਦਿੱਤੀ ਤੇ ਇਹਨਾਂ ਨੇ ਕਿਉਂ ਨਹੀਂ ਕੀਤੀ। ਇੱਥੇ ਉਹਦੀ ਮਨੀ ਕੋਈ ਨਹੀਂ ਸੀ ਲੱਗਣੀ, ਤੇ ਉੱਥੇ ਜਾ ਕੇ ਉਹਨੂੰ $1,00,000 ਪੇ ਕਰਨਾ ਪਿਆ ਤੇ ਜਾਨ ਉਹਦੀ ਬਚ ਗਈ। ਹੁਣ ਉਹ ਕਹਿੰਦੀ ਵੀ $1,00,000 ਮੇਰੇ ਲਈ ਬਹੁਤ ਜ਼ਿਆਦਾ ਆ, ਇਕੱਠਾ ਕਰਨਾ ਸਾਰੀ ਉਮਰ ਇੱਕ ਜਾਨ ਬਚਾਉਣ ਦੇ ਲਈ ਕਰਜ਼ੇ ਥੱਲੇ ਰਹਿ ਕੇ ਕੱਟਣੀ ਵੀ ਬਹੁਤ ਔਖੀ ਆ। ਪਰ ਪਤਾ ਹੁਣ ਇਹ ਲੱਗ ਰਿਹਾ ਕਿ ਇੱਦਾਂ ਦੇ ਕੁਝ ਹੋਰ ਕੇਸ ਪਹਿਲਾਂ ਵੀ ਆਏ ਆ ਜਿੱਥੇ ਕੈਨੇਡਾ ਵਾਲੇ ਡਾਕਟਰ ਕਹਿੰਦੇ ਜੀ ਤੁਹਾਡੀ ਸਰਜਰੀ ਹੋ ਨਹੀਂ ਸਕਦੀ, ਅਮਰੀਕਾ ਦੇ ਵਿੱਚ ਜਾ ਕੇ ਉਹੀ ਸਰਜਰੀ ਹੋ ਰਹੀ ਆ। ਤੇ ਹੁਣ ਉਹ ਕਹਿੰਦੇ ਵੀ 2.5 ਸਾਲ ਤੋਂ ਬਾਅਦ ਕੋਈ ਉਹਦਾ ਐਵੀਡੈਂਸ ਵੀ ਨਹੀਂ ਆ ਕਿ ਉਹਨੂੰ ਕੈਂਸਰ ਹੋਰ ਜ਼ਿਆਦਾ ਵੱਧ ਰਿਹਾ ਜਾਂ ਨਹੀਂ, ਜਾਂ ਹੋਰ ਜ਼ਿਆਦਾ ਹੋ ਰਿਹਾ। ਦੂਜੀ ਗੱਲ ਇੱਥੇ ਇਹ ਪਤਾ ਲੱਗ ਰਹੀ ਆ ਕਿ US ਦੇ ਡਾਕਟਰਸ ਦੇ ਕੋਲ ਬਹੁਤ ਸਾਰੇ ਕੈਨੇਡੀਅਨ ਪੇਸ਼ੈਂਟ ਨੇ। ਇਹ ਇਕੱਲੀ ਇਹ ਔਰਤ ਨਹੀਂ ਆ, ਕਈ ਉੱਥੇ ਕੈਨੇਡੀਅਨ ਪੇਸ਼ੈਂਟ ਨੇ ਜਿਹੜੇ ਆਪਣਾ ਇਲਾਜ ਕਰਾਉਣ ਜਾ ਰਹੇ ਨੇ। ਇਹਦੇ ਅਪੈਂਡਿਕਸ ਸੀਗੀ ਜੀ, ਐਬਡੋਮਨ ਦੇ ਵਿੱਚ ਇੱਕ ਛੋਟਾ ਜਿਹਾ ਔਰਗਨ ਹੁੰਦਾ, ਤੇ ਉਹ ਕਹਿੰਦੇ ਆ ਵੀ ਇਹਦਾ ਇੰਟੈਸਟਾਈਨ ਤੇ ਕੋਲਨ ਦਾ ਪਾਰਟ ਹੁੰਦਾ ਜਿੱਥੇ ਬਹੁਤ ਸਾਰੇ ਨਿਊਟ੍ਰੀਐਂਟ ਅਬਜ਼ੌਰਬ ਹੁੰਦੇ ਆ। ਤੇ ਜਦੋਂ ਉੱਥੇ ਜਾ ਕੇ ਉਹਨੇ ਇਹ ਸਰਜਰੀ ਕਰਵਾਈ ਆ, ਪਹਿਲਾਂ ਤਾਂ ਕਹਿੰਦੇ ਫਿਜ਼ੀਕਲੀ ਰਿਮੂਵ ਕਰ ਦਿੰਦੇ ਆ ਉਹਨੂੰ, ਬਾਅਦ ਦੇ ਵਿੱਚ ਉਹਨਾਂ ਨੂੰ ਲੱਗਿਆ ਜਦੋਂ ਇੱਥੇ ਦੇ ਡਾਕਟਰਾਂ ਨੂੰ ਕਿ ਅਸੀਂ ਇਹਨੂੰ ਨਹੀਂ ਸਾਰਾ ਕੁਝ ਕਰ ਸਕਦੇ, ਨਹੀਂ ਹੋ ਸਕਦਾ। ਤੇ ਉੱਥੇ ਦੇ ਡਾਕਟਰਾਂ ਨੇ, ਜਦੋਂ ਇੱਥੇ ਵਾਲਿਆਂ ਨੇ ਵੀ ਉਹ ਕਹਿੰਦੇ ਨਾ ਕਰ ਦਿੱਤੀ ਸੀ, ਤੇ ਜਿਹੜੀ ਤੇ ਉੱਥੇ ਵਾਲਿਆਂ ਨੇ ਵੀ ਜਿਹੜੇ ਦੂਜੇ ਡਾਕਟਰ ਸੀਗੇ ਉਹਨਾਂ ਨੇ ਵੀ ਇੱਥੇ ਨਾ ਕਰਨ ਤੋਂ ਬਾਅਦ ਜਦੋਂ ਉਹਨਾਂ ਨੇ ਅਮਰੀਕਾ ਦੇ ਵਿੱਚ ਪਤਾ ਕੀਤਾ ਤਾਂ ਉੱਥੇ ਉਹਨੂੰ ਹਾਂ ਹੋ ਗਈ, ਤਾਂ ਉਹਨਾਂ ਨੇ ਉਹਦਾ ਇਲਾਜ ਕਰ ਦਿੱਤਾ। ਤੇ ਇਹ ਇੱਕ ਬਹੁਤ ਵੱਡੀ ਗੱਲਬਾਤ ਦੱਸੀ ਜਾ ਰਹੀ ਆ। ਤੇ ਚਾਹੇ ਇੱਥੇ ਡਾਕਟਰ ਸੀਗੇ, ਚਾਹੇ ਅਲਬਰਟਾ ਹੈਲਥ ਸਰਵਿਸ ਦੇ ਕੈਲਗਰੀ ਦੇ ਵਿੱਚ ਡਾਕਟਰ ਸੀਗੇ, ਉਹਨਾਂ ਦੋਵਾਂ ਥਾਵਾਂ ਦੇ ਉੱਤੇ ਉਹਨੂੰ ਨਾ ਹੋ ਗਈ ਸੀ ਵੀ ਨਹੀਂ ਇਹਦੀ ਇਹ ਸਰਜਰੀ ਹੋ ਨਹੀਂ ਸਕਦੀ। ਹੁਣ ਜਦੋਂ ਉਹਨਾਂ ਨੂੰ ਪੁੱਛ ਰਹੇ ਆ ਕਿ ਤੁਸੀਂ ਨਾ ਕਿੱਦਾਂ ਕਰ ਦਿੱਤੀ ਤੇ ਉੱਥੇ ਜਾ ਕੇ ਇਲਾਜ ਕਿੱਦਾਂ ਹੋ ਗਿਆ, ਤੇ ਉਹ ਕਹਿ ਰਹੇ ਵੀ ਸਾਡੇ ਕੋਲ ਮਾਹਰ ਆ, ਮਾਹਰ ਦੇਖਦੇ ਆ ਹਰ ਇੱਕ ਕੇਸ ਨੂੰ, ਜਿੱਥੇ ਉਹਨੂੰ ਲੱਗਦਾ ਵੀ ਇਹ ਸਰਜਰੀ ਉਹਦੇ ਲਈ ਜ਼ਿਆਦਾ ਖਤਰਾ ਹੋ ਸਕਦੀ ਹੈ ਬੰਦੇ ਦੇ ਲਈ, ਤੇ ਫਾਇਦਾ ਇਹਨੂੰ ਐਡਾ ਵੱਡਾ ਨਹੀਂ ਹੋਣਾ, ਉਸ ਕੇਸ ਦੇ ਵਿੱਚ ਕਹਿੰਦੇ ਸਾਡੀ ਇੱਕ ਪੂਰਾ ਜਿਹੜਾ ਮਤਲਬ ਪੈਨਲ ਆ ਉਹ ਫੈਸਲਾ ਕਰਦਾ ਆ, ਤੇ ਉਸ ਫੈਸਲੇ ਦੇ ਵਿੱਚ ਨਹੀਂ ਫਿੱਟ ਹੋ ਰਹੀ ਸੀ, ਤੇ ਇਸ ਕਰਕੇ ਅਸੀਂ ਨਾ ਕਰ ਦਿੱਤੀ। ਪਰ ਆਮ ਲੋਕਾਂ ਨੂੰ ਜਿਨ੍ਹਾਂ ਨੂੰ ਇਸ ਕਿਸਮ ਦਾ ਕੋਈ ਰੇਅਰ ਕੈਂਸਰ ਜਾਂ ਇਸ ਕਿਸਮ ਦੀ ਗੱਲਬਾਤ ਹੈਗੀ ਔਰ ਉਹਨਾਂ ਨੂੰ ਬਹੁਤ ਵਿਸਥਾਰ ਇਹਨਾਂ 'ਚ ਗੱਲਾਂ ਬਾਤਾਂ ਦੇ ਨਹੀਂ ਪਤਾ, ਉਹ ਇਸ ਗੱਲ ਦੇ ਉੱਤੇ ਸਵਾਲ ਜ਼ਰੂਰ ਚੁੱਕ ਰਹੇ ਆ ਕਿ ਸਾਡੇ ਲਈ ਇਹ ਵੀ ਜਿਹੜਾ ਕੈਨੇਡੀਅਨ ਹੈਲਥ ਕੇਅਰ ਸਿਸਟਮ ਆ ਇਹ ਇਸ ਵੇਲੇ ਇਹਦੇ ਵਿੱਚ ਇਲਾਜ ਕਿਉਂ ਨਹੀਂ ਹੋ ਸਕਦਾ, ਤੇ ਉੱਧਰਲੇ ਪਾਸੇ ਉਸੇ ਬਿਮਾਰੀ ਦਾ ਇਲਾਜ ਕਿਉਂ ਹੋ ਸਕਦਾ, ਤੇ ਜਾਂ ਇੱਥੇ ਵਾਲੇ ਫਿਰ ਉਹਨੂੰ ਕੀ ਪੇ ਕਰਨਗੇ ਵੀ ਜਿਹੜਾ $1,00,000 ਉਹਨੇ ਆਪਣੇ ਇਲਾਜ ਦੇ ਲਈ ਬਾਹਰ ਜਾ ਕੇ ਲਾਇਆ, ਕਿ ਇੱਥੋਂ ਦਾ ਇੰਸ਼ੋਰੈਂਸ ਜਾਂ ਇਹ ਸਾਰਾ ਕੁਛ ਇਹ ਪੇ ਕਰਨਗੇ। ਵੀ ਇੱਕ ਬਹੁਤ ਵੱਡਾ ਇਸ ਮਾਮਲੇ ਦੇ ਵਿੱਚ ਜਿਹੜਾ ਸਵਾਲ ਪੈਦਾ ਹੋ ਰਿਹਾ। ਘਰਾਂ ਦੀ ਮਾਰਕੀਟ ਬਾਰੇ ਅਸੀਂ ਅਕਸਰ ਗੱਲਬਾਤ ਕਰਦੇ ਰਹਿੰਦੇ ਹਾਂ ਕਿ ਘਰ ਖਾਸ ਕਰ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕਿਸ ਤਰੀਕੇ ਨਾਲ ਬਣਦੇ ਆ, ਕੋਸਟ ਵੱਧ ਗਈ ਆ, ਕਿਹਨਾਂ ਚੀਜ਼ਾਂ ਦੇ ਨਾਲ ਘਰ ਬਣਾਏ ਜਾਂਦੇ ਆ। ਅਲਬਰਟਾ ਦੇ ਵਿੱਚ ਅਲਬਰਟਾ ਦੇ ਵਿੱਚ ਉੱਥੇ ਇੱਕ ਘਰ ਬਣਾਇਆ ਉਹਨਾਂ ਨੇ, ਸਾਰੇ ਦਾ ਸਾਰਾ ਰੀਸਾਈਕਲ ਪਲਾਸਟਿਕ ਵਾਟਰ ਬੋਟਲਸ ਤੋਂ, ਪਾਣੀ ਦੀਆਂ ਜਿਹੜੀਆਂ ਬੋਤਲਾਂ ਬਚੀਆਂ ਹੁੰਦੀਆਂ ਉਹਦੇ ਨਾਲ ਘਰ ਬਣਾ ਦਿੱਤਾ। ਈਕੋਪਲਾਸ ਸੋਲਿਊਸ਼ਨਸ ਨੇ ਇਹ ਲਗਭਗ 1.2 ਮਿਲੀਅਨ ਦਾ ਜਿਹੜਾ 1.2 ਮਿਲੀਅਨ ਖਾਲੀ ਪਾਣੀ ਦੀਆਂ ਬੋਤਲਾਂ ਨੂੰ ਇੱਕ ਘਰ ਦੇ ਵਿੱਚ ਬਦਲ ਦਿੱਤਾ। ਵੀ ਜਦੋਂ ਤੁਸੀਂ ਉਹ ਕਹਿੰਦੇ ਕਿਸੇ ਨੂੰ ਗੱਲ ਦੱਸਦੇ ਆ ਵੀ ਪਾਣੀ ਦੀਆਂ ਬੋਤਲਾਂ ਦਾ ਘਰ ਬਣਾਉਣਾ, ਤਾਂ ਲੋਕ ਬਹੁਤ ਹੱਸਦੇ ਆ, ਪਰ ਉਹ ਕਹਿੰਦੇ ਅਸੀਂ ਬਣਾ ਕੇ ਦੱਸ ਦਿੱਤਾ, ਤੇ ਇਹਦਾ ਫਾਇਦਾ ਬਹੁਤ ਵੱਡਾ ਆ ਵੀ ਇਹ ਜਿਸ ਤਰੀਕੇ ਨਾਲ ਉਹਨਾਂ ਨੇ ਕੀਤਾ ਆ ਬਹੁਤ। ਦੂਜੀ ਗੱਲ ਕਹਿੰਦੇ ਮਜ਼ਬੂਤ ਬਹੁਤ ਬਣਿਆ, ਜਿਹੜਾ ਸਟਰੈਂਥ ਟੂ ਵੇਟ ਰੇਸ਼ੋ ਆ ਉਹ ਬਹੁਤ ਵਧੀਆ ਆ। ਇਹਨੂੰ ਨਾ ਤਾਂ ਕਹਿੰਦੇ ਕੋਈ ਮਤਲਬ ਇੱਥੇ ਸਿਉਂਕ ਲੱਗਣੀ ਆ, ਨਾ ਇਹਨੂੰ ਕਿਸੇ ਤਰ੍ਹਾਂ ਦਾ ਮੋਲਡ ਹੋਣਾ ਆ, ਇਹ ਮੋਲਡ ਲੱਗਣਾ ਆ, ਤੇ ਨਾ ਇਹਨੂੰ ਕੋਈ ਹੋਰ ਸਮੱਸਿਆ ਹੋਣੀ ਆ। ਈਸਟਰਨ ਕੈਨੇਡਾ ਦੇ ਵਿੱਚੋਂ ਆਈਡੀਆ ਬਣਿਆ ਸੀ, ਤੇ ਰੋਜਰਸ ਨੇ ਫਿਰ ਇਸ ਆਈਡੀਆ ਨੂੰ ਜਿਹੜਾ ਇੱਧਰ ਲਿਆ ਕੇ ਡਿਸਾਈਡ ਕੀਤਾ ਵੀ ਇੱਥੇ ਇਹਨੂੰ ਕੀਤਾ ਜਾਵੇ। ਤੇ ਜਿਹੜੀ ਉਧਰ ਈਸਟ ਦੀ ਜਿਹੜੀ ਪੂਰੀ ਹਿਸਟਰੀ ਆ ਉਹ ਮਰੀਨ ਹਿਸਟਰੀ ਆ, ਮਰੀਨ ਇੰਡਸਟਰੀ ਵੀ ਉੱਧਰ ਉਹਨਾਂ ਦੀ ਹਿਸਟਰੀ ਵਿੱਚ ਬਹੁਤ ਵੱਡਾ ਰੋਲ ਆ। ਲੋਕ ਆਮ ਹੀ ਉੱਥੇ ਬਿਲਡਿੰਗ, ਸ਼ਿਪਸ ਜਾਂ ਬੋਟਸ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆਮ ਤੌਰ ਦੇ ਉੱਤੇ ਬਣਾਉਂਦੇ ਰਹਿੰਦੇ ਆ ਵੱਖਰੀਆਂ ਚੀਜ਼ਾਂ ਤੋਂ। ਤੇ ਉਹਨਾਂ ਨੇ ਇਹ ਆਈਡੀਆ ਦਿੱਤਾ ਵੀ ਪਾਣੀ ਵਾਲੀਆਂ ਬੋਤਲਾਂ ਨੂੰ ਕਿਸੇ ਤਰ੍ਹਾਂ ਇਕੱਠੀਆਂ ਕਰਕੇ ਘਰ ਬਣਾਇਆ ਜਾਵੇ। ਤੇ ਉਹਨਾਂ ਨੇ ਕੀ ਕੀਤਾ, ਜਿਹੜੀਆਂ ਬੋਤਲਾਂ ਸੀ ਅਸਲ ਦੇ ਵਿੱਚ ਉਹਨੂੰ ਤੋੜ ਲਿਆ, ਬ੍ਰੇਕ ਕਰਕੇ ਉਹਨਾਂ ਦੇ ਨਾ ਬਿਲਡਿੰਗ ਪੈਨਲਸ ਬਣਾ ਲਏ, ਜਿੱਦਾਂ ਸਿੱਧੇ ਪਿੱਲਰ ਜੇ ਹੁੰਦੇ ਆ, ਤੇ ਉਹਨਾਂ ਨੂੰ ਫਿਰ ਉਹ ਵਾਟਰ ਰੈਜ਼ਿਸਟੈਂਟ ਆ ਕਿਉਂਕਿ ਹੈ ਹੀ ਪਲਾਸਟਿਕ, ਉਹਦੇ ਉੱਤੇ ਅਸਰ ਹੀ ਨਹੀਂ ਹੋਣਾ। ਕੈਟਾਗਰੀ 5 ਤੱਕ ਦਾ ਜਿਹੜਾ ਚੱਕਰਵਾਤ ਆ ਉਹਨੂੰ, ਜਿਹੜਾ ਤੂਫਾਨ ਆ ਉਹਨੂੰ ਉਹਦੇ ਸਾਹਮਣੇ ਘਰ ਖੜਾ ਰਹਿ ਸਕਦਾ। ਤੇ ਪੈਸਟ ਇਹਨੂੰ ਨਾ ਤਾਂ ਕੋਈ ਮਤਲਬ ਕੀੜਾ ਮਕੌੜਾ ਆਉਣਾ, ਨਾ ਇਹਨੂੰ ਕੋਈ ਸਿਉਂਕ ਲੱਗਣੀ ਆ, ਨਾ ਕੰਧਾਂ ਨੂੰ ਕੋਈ ਹੋਰ ਸਮੱਸਿਆ ਆਉਣੀ ਆ। ਤੇ ਕਿਉਂਕਿ ਨਾ ਤਾਂ ਇਹਨੂੰ ਉਹ ਕੀੜੇ ਮਕੌੜੇ ਖਾ ਸਕਦੇ ਆ, ਨਾ ਰੋਡੈਂਟਸ ਆ ਸਕਦੇ ਆ। ਮੇਨਟੇਨੈਂਸ ਇਹਦੀ ਕਿਤੇ ਬਹੁਤ ਘੱਟ ਆ, ਤੇ ਸੇਵਿੰਗ ਲੌਂਗ ਟਰਮ ਆ ਇਹਦੇ ਵਿੱਚ।
ਉਹ ਕਹਿੰਦੇ ਉਹਨਾਂ ਨੂੰ ਕੋਈ ਵੀ ਜਿਹੜੀਆਂ ਨਾ ਤਾਂ ਤੁਹਾਨੂੰ ਸਾਈਡਿੰਗ ਚਾਹੀਦੀ ਆ, ਨਾ ਸ਼ਿੰਗਲਸ ਚਾਹੀਦੇ ਆ, ਤੇ ਤੁਸੀਂ ਬਸ ਉਹਨੂੰ ਪੇਂਟ ਕਰਨਾ ਆ, ਤੇ ਜਿਹੜੀ ਬਾਹਰਲੀ ਐਸਥੈਟਿਕਸ ਆ ਉਹਨੂੰ ਤੁਸੀਂ ਕੁਛ ਨਾ ਕੁਛ ਕਰਨਾ ਵੀ ਸੋਹਣਾ ਲੱਗੇ ਉਹ। ਔਰ ਦੂਜੀ ਗੱਲ, ਕਮਾਲ ਦੀ ਗੱਲ ਇਹ ਆ ਵੀ 1 ਹਫ਼ਤੇ ਤੋਂ ਵੀ ਘੱਟ ਸਮਾਂ ਲੱਗਾ ਉਹਨਾਂ ਨੂੰ। ਉਹ ਪੈਨਲ ਪਹਿਲਾਂ ਬਣਾ ਕੇ ਲੈ ਆਏ ਪਿੱਛੋਂ, ਜਿਹੜੀਆਂ ਪਾਣੀ ਵਾਲੀਆਂ ਖਾਲੀ ਬੋਤਲਾਂ ਸੀ, ਤੇ ਉੱਥੇ ਲਿਆ ਕੇ ਉਹਨੇ ਇਕੱਠੇ ਕਰਕੇ ਸਿੱਧੇ ਬਿੱਧੇ ਕਰਕੇ ਰੱਖੇ ਹੀ ਸੀ, ਤੇ ਜਿਹਦੇ ਨਾਲ ਉਹ ਘਰ ਬਣ ਗਿਆ। ਹਾਊਸਿੰਗ ਇੰਡਸਟਰੀ ਲਗਭਗ ਪਿਛਲੇ 100 ਸਾਲ ਤੋਂ ਇਹੋ ਜਿਹੀ ਰਹੀ ਹੈ ਜਿਹੋ ਜਿਹੀ ਅਸੀਂ ਦੇਖਦੇ ਆ ਰਹੇ ਹਾਂ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੀ ਰਹਿਣੀ ਨਹੀਂ। ਇਹਦੇ ਵਿੱਚ ਬਹੁਤ ਕੁਛ ਬਦਲ ਜਾਣਾ ਆ। ਔਨ ਸਾਈਟ ਜਿਹੜਾ ਬਿਲਡਿੰਗ ਟਾਈਮ ਆ ਉਹ ਬਹੁਤ ਘਟ ਗਿਆ। ਪਿੱਛੇ ਉਹਨਾਂ ਨੂੰ ਬੋਤਲਾਂ ਤੋਂ ਉਹ ਪੈਨਲ ਬਣਾਉਣ ਨੂੰ ਤਾਂ ਟਾਈਮ ਲੱਗਾ, ਪਰ ਜਦੋਂ ਇੱਕ ਵਾਰੀ ਬਣ ਕੇ ਉੱਥੇ ਆ ਗਏ ਤਾਂ ਫਿਰ ਉਹਨਾਂ ਨੇ ਦਿਨਾਂ ਦੇ ਵਿੱਚ ਹੀ ਖੜੇ ਕਰ ਦਿੱਤੇ, ਤੇ ਹਫ਼ਤੇ ਦੇ ਵਿੱਚ ਪੂਰੇ ਦਾ ਪੂਰਾ ਘਰ ਖੜਾ ਹੋ ਗਿਆ। ਇੱਕ ਤਾਂ ਬਿਲਡਿੰਗ ਟਾਈਮ ਘਟਿਆ, ਦੂਜਾ ਕਾਸਟ ਇਹਦੀ ਬਹੁਤ ਘਟ ਗਈ, ਤੇ ਤੀਜਾ ਮਜ਼ਬੂਤ ਬਹੁਤ ਬਣਦਾ। ਸਾਇੰਟਿਸਟ ਇਹ ਦੱਸਦੇ ਆ ਕਿ ਹੁਣ ਜਿਹੜਾ ਕਾਫੀ ਜ਼ਿਆਦਾ ਮਜ਼ਬੂਤ ਆ, ਇਹਦੇ ਨਾਲ ਸਾਡੀ ਜਿਹੜੀ CO2 ਹੈਗੀ ਆ ਉਹਦੀ ਵੀ ਜਿਹੜੀ ਖਪਤ ਘਟੂਗੀ, ਉਹ ਵੀ ਵਾਤਾਵਰਣ ਦੇ ਵਿੱਚ ਘੱਟ ਰਿਲੀਜ਼ ਹੋਊਗੀ। 2500 ਹੋਮਸ, ਮਤਲਬ ਜਿਹੜੇ ਹੈਗੇ ਆ 2500 ਘਰ ਇੱਕ ਸਾਲ ਦੇ ਵਿੱਚ ਅਗਲੇ 40 ਸਾਲ। ਇਹ ਉਹਨਾਂ ਨੇ ਗੱਲਬਾਤ ਕਹੀ ਆ ਕਿ ਜਿੰਨੀਆਂ ਪਲਾਸਟਿਕ ਬੋਟਲਸ ਰੋਜ਼ ਬਾਹਰ ਆ ਰਹੀਆਂ ਆ, ਤਾਂ ਇਹ ਸਾਡੇ ਕੋਲੇ ਧਰਤੀ ਨਹੀਂ ਆ ਇਹਨੂੰ ਯੂਜ਼ ਕਰਨ ਦੇ ਲਈ। 2 ਸਮੱਸਿਆਵਾਂ ਹੱਲ ਹੋ ਰਹੀਆਂ, ਇੱਕ ਤਾਂ ਮਜ਼ਬੂਤ ਘਰ ਬਣਨਗੇ, ਦੂਜਾ ਉਹ ਜਿਹੜੀਆਂ ਪਲਾਸਟਿਕ ਦੀਆਂ ਬੋਤਲਾਂ ਆ ਉਹਦਾ ਕੋਈ ਨਾ ਕੋਈ ਹੱਲ ਨਿਕਲੂਗਾ, ਕਿਉਂਕਿ ਉਹ ਬਹੁਤ ਵੱਡੀ ਸਮੱਸਿਆ ਇਸ ਵੇਲੇ ਬਣੀ ਹੈ। ਨਾ ਤਾਂ ਉਹਨਾਂ ਨੂੰ ਤੁਸੀਂ ਸਾੜ ਸਕਦੇ ਹੋ, ਸਾੜੋਗੇ ਤਾਂ ਉਹਨਾਂ 'ਚੋਂ ਗੈਸ ਨਿਕਲੂਗੀ ਤੇ ਉਹ ਵਾਤਾਵਰਨ ਨੂੰ ਫੇਰ ਖਰਾਬ ਕਰੂਗੀ। ਜੇ ਇਹਨਾਂ ਨੂੰ ਤੁਸੀਂ ਦੱਬਦੇ ਆ ਧਰਤੀ ਦੇ ਵਿੱਚ, ਤੇ ਇਹ ਕਈ ਹਜ਼ਾਰ ਸਾਲ ਵੀ ਨਹੀਂ ਗਲਦੀ, ਮਤਲਬ 500 ਸਾਲ 1000 ਸਾਲ ਕਹਿੰਦੇ ਧਰਤੀ ਦੇ ਵਿੱਚ ਇੱਦਾਂ ਹੀ ਪਈ ਰਹਿ ਸਕਦੀ, ਔਰ ਇਹਨਾਂ ਪਾਣੀ ਦੀਆਂ ਬੋਤਲਾਂ ਨੂੰ ਕੁਛ ਨਹੀਂ ਹੋਣਾ। ਦੂਜਾ ਉਹਦੀ ਸਮੱਸਿਆ ਦਾ ਹੱਲ ਨਿਕਲਿਆ। ਸੋ ਨਵੀਂ ਟੈਕਨੀਕ ਹੈ, ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀ ਕੁ ਪੋਪੂਲਰ ਹੁੰਦੀ ਹੈ, ਪਰ ਉਹਨਾਂ ਨੇ ਇੱਕ ਵਾਰੀ ਇਹ ਮੈਲਟ ਦੇ ਵਿੱਚ, ਅਲਬਰਟਾ ਦੇ ਵਿੱਚ ਪਲਾਸਟਿਕ ਦੀਆਂ ਬੋਤਲਾਂ ਤੋਂ ਘਰ ਬਣਾ ਕੇ ਸਿੱਧ ਕਰ ਦਿੱਤਾ ਵੀ ਆਉਣ ਵਾਲਾ ਸਮਾਂ ਅੱਜ ਦੇ ਸਮੇਂ ਤੋਂ ਕਾਫੀ ਵੱਖਰਾ ਹੋਏਗਾ। ਕਰੋਨਾ ਵਾਇਰਸ ਦੀ ਜਿਹੜੀ ਪੈਂਡੈਮਿਕ ਸੀ, ਇਹਦੇ ਤੋਂ ਅਸੀਂ ਲੰਘ ਰਹੇ ਹਾਂ, ਤੇ ਇਹਦੇ ਨਾਲ ਹੀ ਨਾਲ ਇੱਕ ਹੋਰ ਜਿਹੜੀ ਐਪੀਡੈਮਿਕ ਓਪੀਅਡ ਓਵਰਡੋਜ਼ ਦਾ ਅਸੀਂ ਬਹੁਤ ਵਾਰੀ ਗੱਲਬਾਤ ਕੀਤੀ ਵੀ ਜਿਹੜੇ ਓਵਰਡੋਜ਼ ਦੇ ਨਾਲ ਕੈਨੇਡਾ ਦੇ ਵਿੱਚ ਲੋਕ ਮਰਦੇ ਆ, ਉਹਨਾਂ ਦੇ ਵਿੱਚੋਂ ਬ੍ਰਿਟਿਸ਼ ਕੋਲੰਬੀਆ ਤੇ ਅਲਬਰਟਾ 2 ਇਹੋ ਜਿਹੇ ਸੂਬੇ ਆ ਜਿੱਥੇ ਇਸ ਮਹਾਮਾਰੀ ਨੇ ਨੁਕਸਾਨ ਬਹੁਤ ਕੀਤਾ, ਪਰ ਹੁਣ ਦੋਵਾਂ ਥਾਵਾਂ ਦੇ ਉੱਤੇ ਸਰਕਾਰਾਂ ਨੇ ਲੱਗਦਾ ਆ ਕਿ ਇਹਨੂੰ ਕਾਬੂ ਕਰ ਲਿਆ। ਕਿੱਦਾਂ ਕੀਤਾ, ਕਿਹੜਾ ਫੈਕਟਰ ਕੰਮ ਕੀਤਾ, ਇਹ ਤਾਂ ਨਹੀਂ ਅਜੇ ਸਮਝ ਆ ਰਿਹਾ, ਪਰ ਲਿਖ ਰਿਹਾ ਦੇਖਿਆ ਜਾ ਰਿਹਾ ਕਿ ਪਿਛਲੇ 2 ਸਾਲਾਂ ਦੇ ਵਿੱਚ ਅਪ੍ਰੈਲ 2020 ਤੋਂ ਲੈ ਕੇ ਮਾਰਚ 2022 ਤੱਕ ਜਿਹੜਾ ਮਤਲਬ ਕਾਫੀ ਜ਼ਿਆਦਾ ਇਹਨੇ ਨੁਕਸਾਨ ਕੀਤਾ, ਔਰ ਓਪੀਅਡ ਕ੍ਰਾਈਸਿਸ ਨੇ ਜਿਹੜਾ 15000 ਕੈਨੇਡੀਅਨ ਇੰਨੇ ਸਮੇਂ ਦੇ ਵਿੱਚ ਮਾਰ ਦਿੱਤਾ, ਉਹਨਾਂ ਦੀ ਮੌਤ ਹੋਈ ਹੈ। ਔਰ ਇਹ ਜੇ ਇਹਨਾਂ ਤੋਂ ਪਿਛਲੇ 2 ਸਾਲ ਹੋਰ ਚਲੇ ਜਾਓ, ਮਤਲਬ 20 ਤੋਂ 22 ਤੱਕ 15000 ਬੰਦਾ ਮਰਿਆ, ਤੇ ਉਹ ਤੋਂ ਪਿੱਛੇ ਚਲੇ ਜਾਓ ਤਾਂ ਉਦੋਂ ਇਹ 7-8000 ਸੀ, ਦੁੱਗਣਾ ਹੋ ਗਿਆ ਅਗਲੇ 2 ਸਾਲਾਂ ਦੇ ਵਿੱਚ। ਰੀਜ਼ਨ ਇਹ ਆ ਕਿ ਇਹ ਜਿਹੜਾ ਪਿਛਲੇ ਸਮੇਂ ਦੇ ਵਿੱਚ ਪੈਂਡੈਮਿਕ ਦੇ ਵਿੱਚ ਜਿਹੜੀ ਟੌਕਸਿਕ ਸਟਰੀਟ ਡਰੱਗ ਆ, ਉਹ ਜਿਹੜੀ ਫੈਂਟਾਨਿਲ ਸੀਗੀ, ਉਹ ਬਹੁਤ ਜ਼ਿਆਦਾ ਸੀਗੀ। ਜਿਹੜੀ ਫੈਂਟਾਨਿਲ ਆ ਉਹ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਇੱਧਰਲੇ ਪਾਸੇ IR ਓਵਰਡੋਜ਼ ਨੇ ਬਹੁਤ ਵੱਡਾ ਨੁਕਸਾਨ ਕੀਤਾ, ਕਈ ਕੈਜੂਅਲਿਟੀ 2016 ਦੇ ਵਿੱਚ, ਫਿਰ ਉਹਦੇ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਇਹ ਮੌਤਾਂ ਹੋਈਆਂ, ਇਸੇ ਕਰਕੇ ਇਹਨੂੰ ਮਹਾਮਾਰੀ ਐਮਰਜੈਂਸੀ ਡਿਕਲੇਅਰ ਕੀਤਾ ਗਿਆ ਸੀ। ਕੋਵਿਡ-19 ਜਿਹੜਾ ਉਹਨੇ 45486 ਲੋਕ ਕੈਨੇਡਾ ਦੇ ਵਿੱਚ ਕੋਵਿਡ-19 ਦੇ ਨਾਲ ਮਰੇ ਆ, ਤੇ ਜਿਹੜੇ ਓਪੀਅਡ ਡੈਥਸ ਆ ਉਹ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋਈਆਂ, ਅਲਬਰਟਾ ਦੇ ਵਿੱਚ ਹੋਈਆਂ, ਤੇ ਅੰਟੈਰੀਓ ਦੇ ਵਿੱਚ ਹੋਈਆਂ। ਹੁਣ ਕੁਛ ਇਹ ਸਾਰੇ ਕੁਛ ਦੇ ਵਿੱਚ ਜਿਹੜੀ ਠੰਡੀ ਹਵਾ ਦਾ ਬੁੱਲਾ ਇਹ ਆ ਰਿਹਾ ਕਿ ਇਹਨੂੰ ਮਤਲਬ ਇਹ ਪੂਰੀ ਤਾਂ ਨਹੀਂ ਹੋਈ, ਇਹਦਾ ਮਤਲਬ ਇਹ ਤਾਂ ਨਹੀਂ ਹੋਇਆ ਕਿ ਇਹ ਗੱਲਬਾਤ ਖਤਮ ਹੋ ਗਈ ਆ ਨਸ਼ੇ ਨਾਲ ਮੌਤਾਂ, ਇਹਨੂੰ ਥੋੜ੍ਹਾ ਜਿਹਾ ਕੰਟਰੋਲ ਕਹਿੰਦੇ ਜ਼ਰੂਰ ਹੋ ਗਿਆ। ਔਰ ਕਮਾਲ ਦੀ ਗੱਲ ਇਹ ਹੈ ਕਿ ਦੋਵਾਂ ਸੂਬਿਆਂ ਦੇ ਵਿੱਚ ਹੀ ਹੋਇਆ, ਅਲਬਰਟਾ ਦੇ ਵਿੱਚ ਵੀ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜੂਨ, ਜੁਲਾਈ, ਅਗਸਤ ਵਿੱਚ 11% ਘੱਟ ਮੌਤਾਂ ਹੋਈਆਂ ਜੇਕਰ ਇਹਨੂੰ 2021 ਦੇ ਨਾਲ ਕੰਪੇਅਰ ਕਰਕੇ ਦੇਖੀਏ, ਤੇ ਜਿਹੜੀਆਂ ਅਗਸਤ ਦੇ ਵਿੱਚ 25% ਘੱਟ ਮੌਤਾਂ ਹੋਈਆਂ ਜਦੋਂ ਲਾਸਟ ਈਅਰ ਦਸੰਬਰ ਦੇ ਵਿੱਚ ਜਦੋਂ ਇਹਦੀ ਪੀਕ ਸੀਗੀ। ਅਲਬਰਟਾ ਦੇ ਵਿੱਚ ਮਈ, ਜੂਨ ਤੇ ਜੁਲਾਈ ਦੇ ਵਿੱਚ ਘੱਟ ਮੌਤਾਂ ਹੋਈਆਂ, ਜੇਕਰ ਇਹਨੂੰ 17% ਘੱਟ ਮੌਤਾਂ ਹੋਈਆਂ ਇਹਨੂੰ ਪਿਛਲੇ ਸਮੇਂ ਦੇ ਨਾਲ ਜੇਕਰ ਕੰਪੇਅਰ ਕੀਤਾ ਜਾਵੇ। ਓਪੀਅਡ ਡੈਥਸ ਦੋਵਾਂ ਪ੍ਰੋਵਿੰਸਿਸ ਦੇ ਵਿੱਚ ਜਿਹੜੀ ਥੱਲੇ ਆ ਰਹੀ ਆ। ਐਕਸਪਰਟ ਕਹਿ ਰਹੇ ਆ ਕਿ ਜਿਹੜੀ ਪੋਜ਼ੀਟਿਵ ਟਰਨ ਆ ਇਹਦੇ ਕਈ ਫੈਕਟਰ ਹੋ ਸਕਦੇ ਆ, ਕਿ ਕਈ ਕਾਰਨਾਂ ਕਰਕੇ ਇਹ ਹੋਇਆ। ਦੂਜਾ ਇੱਕ ਕਹਿੰਦੇ ਇਹ ਹੋ ਸਕਦਾ ਕਿ ਜਿਹੜੀ ਟੌਕਸਿਕ ਸਟਰੀਟ ਡਰੱਗ ਆ ਉਹ ਬਹੁਤ ਘੱਟ ਅਵੇਲੇਬਲ ਸੀਗੀ ਬਾਰਡਰ ਤੋਂ ਇੱਧਰਲੇ ਪਾਸੇ,
ਉਹ ਨਸ਼ੇ ਹੀ ਘੱਟ ਆਏ ਆ ਇੱਥੇ, ਤੇ ਜਿਹਦੇ ਕਰਕੇ ਕੁਦਰਤੀ ਤੌਰ ਦੇ ਉੱਤੇ ਇਹਦੇ ਨਾਲ ਹੋਣ ਵਾਲੀਆਂ ਮੌਤਾਂ ਦੇ ਵਿੱਚ ਵੀ ਜਿਹੜੀ ਆ ਉਹ ਕਮੀ ਆ ਗਈ। ਉਧਰ ਅਲਬਰਟਾ ਦੇ ਵਿੱਚ ਜਿਹੜੀ UCP ਆ, ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਆ, ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ NDP ਆ, ਨਿਊ ਡੈਮੋਕ੍ਰੈਟਿਕ ਪਾਰਟੀ ਆ, ਦੋਵਾਂ ਨੇ ਆਪਣੇ ਆਪਣੇ ਥਾਂ ਦੇ ਉੱਤੇ ਵਧੀਆ ਤੇ ਕਮਾਲ ਦਾ ਕੰਮ ਕੀਤਾ, ਤੇ ਦੋਵਾਂ ਪਾਸੇ ਇਹ ਜਿਹੜੀ ਚੀਜ਼ ਆ ਘਟ ਗਈ ਆ। ਹੁਣ ਇਹ ਦੇਖਣ ਵਾਲੀ ਗੱਲ ਆ ਕਿ ਕੀ ਮਿਲਾਵਟ ਘੱਟ ਸੀਗੀ, ਕੋਈ ਹੋਰ ਰੌਲਾ ਸੀਗਾ, ਕੀ ਇਹਨਾਂ ਨੇ ਕੀਤਾ ਜਿਹੜਾ ਇਹਨੂੰ ਉਸੇ ਤਰ੍ਹਾਂ ਜਾਰੀ ਰੱਖਿਆ ਜਾ ਸਕੇ। ਜਿਹੜੇ ਪ੍ਰੋਵਿੰਸ ਨੇ ਉਹਨਾਂ ਨੇ ਅਨਾਊਂਸ ਕੀਤਾ ਪਿੱਛੇ ਜੇ ਰਿਕਵਰੀ ਕਮਿਊਨਿਟੀ ਦਾ, ਜਿਹੜੀ ਨਵੰਬਰ ਦੇ ਵਿੱਚ ਰੈੱਡ ਡੀਰ ਦੇ ਵਿੱਚ ਕੈਲਗਰੀ ਦੇ ਨੇੜੇ ਖੁੱਲ੍ਹਣੀ, ਔਰ 24 ਮਿਲੀਅਨ ਇਹਦੀ ਕਾਸਟ ਆਉਣੀ ਆ। 75 ਬੈੱਡ ਦੀ ਇਹ ਫੈਸਿਲਿਟੀ ਹੋਣੀ ਆ, ਜਿੱਥੇ ਮਤਲਬ ਸਾਰੀਆਂ ਸਰਵਿਸਿਜ਼ 300 ਤੋਂ ਜ਼ਿਆਦਾ ਲੋਕਾਂ ਨੂੰ ਹਰ ਸਾਲ ਦਿੱਤੀਆਂ ਜਾਣਗੀਆਂ, ਤੇ ਇਹਦੇ ਨਾਲ ਬਹੁਤ ਵੱਡਾ ਫਾਇਦਾ ਹੋਊਗਾ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਜਿਹੜੀ ਹੈਗੀ ਆ ਬਹੁਤ ਸਾਰੀਆਂ ਟਰੀਟਮੈਂਟ ਤੇ ਇੱਦਾਂ ਦੀਆਂ ਸਰਵਿਸਿਜ਼ ਪਹਿਲਾਂ ਹੀ ਅਵੇਲੇਬਲ ਹੈਗੀਆਂ ਆ, ਤੇ ਇੱਥੇ ਵੀ ਵੱਖਰੇ ਵੱਖਰੇ ਤਰੀਕੇ ਦੇ ਨਾਲ ਇਹਦੇ ਉੱਤੇ ਕੰਮ ਕੀਤਾ ਜਾ ਰਿਹਾ ਆ। ਤੇ ਹੁਣ ਸਰਕਾਰਾਂ ਦੋਵਾਂ ਥਾਵਾਂ ਤੇ ਅਲੱਗ-ਅਲੱਗ ਨੇ, ਕਦਮ ਦੋਵਾਂ ਨੇ ਚੱਕੇ ਆ। ਨੁਕਸਾਨ ਦੋਵਾਂ ਸੂਬਿਆਂ ਦੇ ਵਿੱਚ ਵੱਧ ਹੋ ਰਿਹਾ ਸੀ, ਤੇ ਰਿਜ਼ਲਟ ਦੋਵਾਂ ਸੂਬਿਆਂ ਦੇ ਵਿੱਚੋਂ ਪੋਜ਼ਿਟਿਵ ਆ ਰਹੇ ਆ। ਅਲਬਰਟਾ ਦੇ ਵਿੱਚ ਵੀ ਮੌਤਾਂ ਦੀ ਗਿਣਤੀ ਦੇ ਵਿੱਚ ਕਮੀ ਆਈ ਆ, ਤੇ ਇਧਰਲੇ ਪਾਸੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੀ ਮੌਤਾਂ ਦੀ ਗਿਣਤੀ ਦੇ ਵਿੱਚ ਕਮੀ ਆਈ ਹੈ, ਤੇ ਲੱਗਦਾ ਹੈ ਕਿ ਹੌਲੀ ਹੌਲੀ ਇਹ ਖਾਤਮੇ ਵੱਲ ਨੂੰ ਚਲੇ ਜਾਊਗੀ। ਅੰਟੈਰੀਓ ਦੇ ਵਿੱਚ ਜਿਹੜੇ ਮਾਪੇ ਨੇ ਉਹ ਪੈਸੇ ਇਕੱਠੇ ਕਰ ਰਹੇ ਆ, ਮਨੀ ਇਕੱਠੀ ਕਰ ਰਹੇ ਆ। ਕਾਰਨ ਇਹ ਹੈ ਵੀ ਉਹ ਕਹਿੰਦੇ ਜਿਹੜੀ ਫੋਰਡ ਸਰਕਾਰ ਆ, ਇਹਨਾਂ ਨੂੰ ਅਸੀਂ ਅਦਾਲਤ ਦੇ ਵਿੱਚ ਲੈ ਕੇ ਜਾਣਾ। ਲੈ ਕੇ ਕਿਉਂ ਜਾਣਾ? ਕਿਉਂਕਿ ਕੋਵਿਡ-19 ਦੀ ਜਿਹੜੀ ਪ੍ਰੋਟੈਕਸ਼ਨ ਆ ਉਹਦੇ ਮਾਮਲੇ ਦੇ ਵਿੱਚ ਉਹ ਕਹਿੰਦੇ ਸਾਨੂੰ ਪਤਾ ਹੀ ਨਹੀਂ ਵੀ ਇਹ ਕਰ ਕੀ ਰਹੇ ਆ। ਖਾਸ ਕਰ ਬੱਚੇ ਜਦੋਂ ਦੇ ਸਤੰਬਰ ਦੇ ਸਕੂਲ ਗਏ ਆ, ਜਦੋਂ ਦੇ ਬੱਚੇ ਸਕੂਲ ਦੇ ਵਿੱਚ ਗਏ ਆ, ਉਹ ਕਹਿੰਦੇ ਸਾਨੂੰ ਦੱਸੋ ਤਾਂ ਸਹੀ ਵੀ ਸਰਕਾਰ ਕਰ ਕੀ ਰਹੀ ਹੈ ਵੀ ਉਹਨਾਂ ਨੂੰ ਇਨਫੈਕਸ਼ਨ ਨਾ ਹੋਵੇ। ਜਿਹੜੀਆਂ ਕੁਝ ਗ੍ਰਾਸ ਰੂਟਸ ਆਰਗੇਨਾਈਜੇਸ਼ਨਸ ਨੇ, ਉਹਨਾਂ ਨੇ ਜਿਨ੍ਹਾਂ ਨੇ ਇਹ ਅੰਟੈਰੀਓ ਸਕੂਲ ਸੇਫਟੀ ਜਿਹੜੀ ਲਾਂਚ ਕੀਤਾ ਆ, ਤੇ ਫੰਡ ਰੇਜ਼ਰ ਅਰਲੀ ਸਤੰਬਰ ਦੇ ਵਿੱਚ, ਤੇ ਉਹ ਕਹਿੰਦੇ ਸਾਨੂੰ $75,000 ਚਾਹੀਦਾ ਲੀਗਲ ਚੈਲੰਜ ਅੰਟੈਰੀਓ ਸਰਕਾਰ ਦੇ ਸਾਹਮਣੇ ਰੱਖਣ ਦੇ ਲਈ। ਬਹੁਤੇ ਮਾਪੇ ਜਿਹੜੇ ਇਸ ਗਰੁੱਪ ਦੇ ਵਿੱਚ ਹੈਗੇ ਆ, ਉਹਨਾਂ ਨੇ ਕਈ ਲੈਵਲਸ ਦੇ ਉੱਤੇ ਉਹ ਕਹਿੰਦੇ ਟਰਾਈ ਕੀਤਾ, ਆਪਣੇ ਸਰਕਾਰ ਨੂੰ, ਐਡਮਿਨਿਸਟ੍ਰੇਸ਼ਨ ਨੂੰ, MPP ਨੂੰ ਪਟੀਸ਼ਨ ਸੈਂਡ ਕੀਤੀਆਂ, ਲੈਟਰ ਸੈਂਡ ਕੀਤੀਆਂ, ਸਾਰਾ ਕੁਛ ਉਹ ਕਹਿੰਦੇ ਅਸੀਂ ਕੀਤਾ, ਵੀ ਅਸੀਂ ਹੁਣ ਥੱਕ ਗਏ ਹਾਂ, ਵੀ ਸਾਨੂੰ ਘੱਟੋ ਘੱਟ ਐਵੀਡੈਂਸ ਬੇਸਡ ਡਾਟਾ ਜਿਹੜਾ ਡਰਿਵਨ ਪ੍ਰੋਟੈਕਸ਼ਨ, ਮਤਲਬ ਸਾਨੂੰ ਦੱਸਿਆ ਜਾਵੇ ਵੀ ਕਿਹੜੇ ਆਧਾਰ ਦੇ ਉੱਤੇ ਆਹ ਫੈਸਲਾ ਤੁਸੀਂ ਲੈ ਰਹੇ ਆ ਸਕੂਲਾਂ ਦੇ ਵਿੱਚ ਬੱਚਿਆਂ ਦੀ ਸੇਫਟੀ ਨੂੰ ਲੈ ਕੇ। ਕੋਵਿਡ-19 ਡਾਟਾ ਜਿਹੜਾ ਪਬਲਿਕ ਹੈਲਥ ਅੰਟੈਰੀਓ ਦਾ ਪ੍ਰੋਵਿੰਸ ਆ, ਉਹਨਾਂ ਨੇ 7000 ਤੋਂ ਲੈ ਕੇ 8000 ਕੇਸ ਰਿਕਾਰਡ ਕੀਤਾ ਵਾਇਰਸ ਦਾ ਹਰ ਹਫ਼ਤੇ, ਜਦੋਂ ਦਾ ਸਤੰਬਰ ਤੋਂ ਲੈ ਕੇ ਸਕੂਲ ਸ਼ੁਰੂ ਹੋਇਆ। 7 ਦਿਨ ਦੀ ਐਵਰੇਜ 1197 ਕੇਸ ਅਕਤੂਬਰ 1 ਨੂੰ ਸੀਗੀ। ਜਿਹੜਾ ਵੇਸਟ ਵਾਟਰ ਡਾਟਾ ਆ, ਜਿਹੜਾ ਕਿ ਯੂਜ਼ ਕੀਤਾ ਜਾ ਰਿਹਾ ਵਾਇਰਸ ਨੂੰ ਟਰੈਕ ਕਰਨ ਦੇ ਲਈ ਮੈਥਡ ਦੇ ਵਿੱਚ, ਵਾਈਡ ਸਪਰੈਡ ਟੈਸਟਿੰਗ ਨਹੀਂ ਆ ਉੱਥੇ, ਉਹ ਡਾਟਾ ਦੱਸ ਰਿਹਾ ਹੈ ਕਿ ਇਹਦੇ ਵਿੱਚ ਪ੍ਰੋਵਿੰਸ ਵਾਈਜ਼ ਕੋਵਿਡ-19 ਦੇ ਵਿੱਚ ਵਾਧਾ ਹੋਇਆ। ਪੇਰੈਂਟਸ ਤੇ ਅੰਟੈਰੀਓ ਸਕੂਲ ਸੇਫਟੀ ਇਹ ਕਹਿੰਦੇ ਆ ਕਿ ਇਹ ਸਾਰੇ ਕੁਝ ਵਿੱਚ ਵਾਧੇ ਹੋਣ ਦੇ ਬਾਵਜੂਦ ਤੁਸੀਂ ਸਕੂਲ ਦੇ ਵਿੱਚ ਪ੍ਰੋਟੈਕਸ਼ਨ ਕਿੰਨੀ ਵਧਾਈ ਹੈ, ਜਾਂ ਕੀਤਾ ਕੀ ਆ ਤੁਸੀਂ। ਪਹਿਲਾਂ ਜਿਹੜੇ ਮਾਪੇ ਸੀ ਉਹ ਪਹਿਲਾਂ ਵੀ ਕਹਿੰਦੇ ਸੀ ਕਿ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਨਾ ਭੇਜੋ, ਐਕਸਪੈਰੀਮੈਂਟ ਨਾ ਕੀਤਾ ਜਾਵੇ। ਜਦੋਂ ਪੈਂਡੈਮਿਕ ਆਪਣੇ ਸਿਖਰ 'ਤੇ ਸੀਗੀ, ਉਸ ਵੇਲੇ ਫਿਰ ਬੱਚੇ ਸਕੂਲਾਂ ਦੇ ਵਿੱਚ ਜਾਣ ਲੱਗ ਪਏ, ਕਈ ਰਾਵਾਂ ਸਾਹਮਣੇ ਆਈਆਂ। ਹੁਣ ਇਹ ਖਾਸ ਗਰੁੱਪ ਇਹ ਕਹਿ ਰਿਹਾ ਕਿ ਸਕੂਲਾਂ ਦੇ ਵਿੱਚ ਕੇਸ ਵੱਧਦੇ ਆ, ਵੇਸਟ ਵਾਟਰ ਡਾਟਾ ਤੁਹਾਨੂੰ ਦੱਸ ਰਿਹਾ, ਸਾਨੂੰ ਦੱਸੋ ਤਾਂ ਸਹੀ ਤੁਸੀਂ ਕਰ ਕੀ ਰਹੇ ਆ। ਭਾਵੇਂ ਹੁਣ ਕੋਵਿਡ ਖਤਮ ਹੋ ਚੁੱਕਿਆ, ਕੋਈ ਇੱਦਾਂ ਦੀ ਵੱਡੀ ਗੱਲਬਾਤ ਨਹੀਂ ਹੈ, ਪਰ ਫਿਰ ਵੀ ਬੱਚੇ ਜਿਨ੍ਹਾਂ ਨੂੰ ਵੈਕਸੀਨ ਹਜੇ ਬਹੁਤਿਆਂ ਨੂੰ ਨਹੀਂ ਲੱਗੀ, ਉਹਨਾਂ ਦੇ ਲਈ ਕੀ ਕੀਤਾ ਜਾ ਰਿਹਾ। ਤੇ ਮਾਪੇ ਇਸ ਗੱਲ ਨੂੰ ਲੈ ਕੇ ਹੁਣ ਫੋਰਡ ਸਰਕਾਰ ਨੂੰ ਅਦਾਲਤ ਦੇ ਵਿੱਚ ਲੈ ਕੇ ਜਾ ਰਹੇ ਆ। ਉਹ ਕਹਿੰਦੇ ਇਸ ਵੇਲੇ ਪ੍ਰੋਟੈਕਸ਼ਨ ਹੈ ਨਹੀਂ ਗੀ, ਕੋਈ ਟੈਸਟਿੰਗ ਨਹੀਂ ਹੈ, ਕੋਈ ਰਿਪੋਰਟਿੰਗ ਨਹੀਂ ਹੈ, ਕੋਈ ਕੇਸ ਨੋਟਿਸ ਨਹੀਂ ਆ, ਕੋਈ ਜਿਹੜੀ ਹੈਗੀ ਆ ਉਹ ਟਰਾਂਸਮਿਸ਼ਨ ਜਿੰਨੀ ਇਹਦੀ ਹੋ ਰਹੀ ਆ ਉਹਦੇ ਲਈ ਕੁਛ ਵੀ ਕੀਤਾ ਨਹੀਂ ਜਾ ਰਿਹਾ। ਤੇ ਇਹ ਕਹਿੰਦੇ ਬਹੁਤ ਇੱਕ ਚਿੰਤਾ ਵਾਲੀ ਗੱਲ ਆ। ਘੱਟੋ ਘੱਟ ਸਰਕਾਰ ਨੂੰ ਸਾਨੂੰ ਦੱਸਣਾ ਚਾਹੀਦਾ ਵੀ ਉਹ ਕਰ ਕੀ ਰਹੇ ਆ, ਤੇ ਸਾਡੇ ਕੋਲ ਜਿਹੜਾ ਇੱਕ ਜਿਹੜਾ ਪ੍ਰੋਟੋਕੋਲ ਆ ਉਹਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ। ਐਜੂਕੇਸ਼ਨ ਮਿਨਿਸਟਰ ਆਪਣੀ ਦਲੀਲ ਦੇ ਰਹੇ ਆ ਕਿ ਕਿਹੜੀਆਂ ਗਾਈਡਲਾਈਨਸ ਦੇ ਤਹਿਤ ਇਹ ਦੇਖਿਆ ਜਾ ਰਿਹਾ। ਸੋ $22,000 ਕਹਿੰਦੇ ਇਸ ਗਰੁੱਪ ਨੇ ਇਕੱਠਾ ਕਰ ਲਿਆ, $75,000 ਇਹਨਾਂ ਨੂੰ ਚਾਹੀਦਾ ਆ। ਤੇ ਉਹ ਜਿਹੜੇ ਇਹਦੇ ਲਈ ਹੁਣ ਕਾਨੂੰਨੀ ਦਾਅ ਪੇਚ ਦੇਖ ਰਹੇ ਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਸਰਕਾਰ ਨੂੰ ਅਦਾਲਤ ਦੇ ਵਿੱਚ ਖਿੱਚਿਆ ਜਾ ਸਕਦਾ। ਪਿਛਲੇ ਸਾਲ ਇੱਕ ਮੰਦਭਾਗੀ ਘਟਨਾ ਵਾਪਰੀ ਸੀ। ਇੱਕ ਬਹੁਤ ਲੰਬੇ ਸਮੇਂ ਤੋਂ ਕੋਸਟ ਮਾਊਂਟੇਨ ਬੱਸ ਕੰਪਨੀ ਦੇ ਵਿੱਚ ਕੰਮ ਕਰਦਾ ਸਾਡਾ ਪੰਜਾਬੀ ਜਿਹੜਾ ਡਰਾਈਵਰ ਸੀ, ਬਹੁਤ ਲੰਬਾ ਸਮਾਂ ਉਹਨੇ ਕੰਮ ਕੀਤਾ। ਉਹਦੀ ਹਸਪੀਟਲ ਦੇ ਵਿੱਚ ਮੌਤ ਹੋ ਗਈ ਸੀ। ਉਹਨੂੰ ਹਸਪਤਾਲ ਲੈ ਕੇ ਗਏ ਸੀ ਕਿਉਂਕਿ ਚਰਨਜੀਤ ਪ੍ਰਹਾਰ ਉਹਦਾ ਨਾਂ ਸੀ, 64 ਸਾਲ ਉਹਦੀ ਉਮਰ ਸੀ। 2 ਬੱਸਾਂ ਦੇ ਵਿਚਕਾਰ ਆ ਗਿਆ ਸੀ, ਕੋਈ ਫਾਲਟ ਉੱਥੇ ਪੈ ਗਿਆ ਸੀ, ਤੇ ਕੈਂਬੀ ਦੇ ਉੱਤੇ ਤੇ
ਕੌਰਡਵਾ ਸਟਰੀਟ ਦੇ ਉੱਤੇ ਉਦੋਂ ਸਵੇਰੇ 8:30 ਵਜੇ ਕੁਛ ਕਰ ਰਿਹਾ ਸੀ। ਉਹ ਦੋ ਬੱਸਾਂ ਦੇ ਵਿਚਕਾਰ ਖੜਾ ਸੀ। ਬੱਸਾਂ ਨੇ ਉਹਨੂੰ ਇਕੱਠੀਆਂ ਹੋ ਕੇ ਤੇ ਵਿਚਕਾਰ ਕਹਿ ਲਓ ਵੀ ਕ੍ਰਸ਼ ਕਰ ਦਿੱਤਾ। ਜਿਹੜਾ ਉੱਥੋਂ ਦੀ ਫਿਰ ਇਹਨਾਂ ਦੀ ਯੂਨੀਅਨ ਸੀ, ਉਹਨਾਂ ਨੇ ਇਹਦੇ ਬਾਰੇ ਦੱਸਿਆ ਸੀ ਵੀ ਇਹ ਬਹੁਤ ਚੰਗਾ ਬੰਦਾ ਸੀ, ਬਹੁਤ ਲੰਬੇ ਸਮੇਂ ਤੋਂ ਇੱਥੇ ਕੰਮ ਕਰ ਰਿਹਾ ਸੀ। ਜਿਹੜੇ ਯੂਨੀਅਨ ਦੇ ਪ੍ਰੈਜ਼ੀਡੈਂਟ ਸੀਗੇ ਉਹਨਾਂ ਨੇ ਅਨਾਊਂਸਮੈਂਟ ਸ਼ੇਅਰ ਕੀਤੀ ਸੀ ਫੇਸਬੁੱਕ ਦੇ ਉੱਤੇ। ਉਹਦੀਆਂ ਬੱਸ ਦੇ ਵਿੱਚ ਬਹੁਤ ਸਾਰੀਆਂ ਫੋਟੋ ਚਰਨਜੀਤ ਪ੍ਰਹਾਰ ਦੀਆਂ ਵੀ ਸਾਹਮਣੇ ਆਈਆਂ ਸੀ। ਪਰਿਵਾਰ ਨੇ ਵੀ ਬਾਅਦ ਦੇ ਵਿੱਚ ਉਹਦੇ ਬਾਰੇ ਬਹੁਤ ਕੁਝ ਦੱਸਿਆ ਸੀਗਾ। ਹੁਣ ਜਿਹੜੇ ਉਸ ਚਰਨਜੀਤ ਪ੍ਰਹਾਰ ਦੀ ਯਾਦ ਦੇ ਵਿੱਚ ਇੱਕ ਜਿਹੜਾ ਤੁਸੀਂ ਤਸਵੀਰ ਦੇ ਵਿੱਚ ਦੇਖ ਰਹੇ ਹੋ, ਦਿਲ ਦੀ ਸ਼ਕਲ ਵਰਗਾ ਇੱਕ ਸਮਾਰਕ ਬਣਾ ਕੇ ਉਹਨਾਂ ਨੇ ਡਾਊਨਟਾਊਨ ਵੈਨਕੂਵਰ ਦੇ ਵਿੱਚ ਉੱਥੇ ਲਾਇਆ ਆ। ਦਿਲ ਵਰਗਾ ਇਹ ਸਾਈਨ ਆ। ਚਰਨਜੀਤ ਪ੍ਰਹਾਰ ਦਾ ਇੰਪਲੋਈ ਨੰਬਰ ਉਹਦੇ ਸੈਂਟਰ ਦੇ ਵਿੱਚ ਲਿਖਿਆ ਆ, ਅਤੇ ਬੱਸ ਸਟਾਪ ਨੰਬਰ ਜਿਹੜਾ 50036 ਆ ਉਹਦੇ ਉੱਤੇ ਵੈਸਟ ਕੌਰਡਵਾ ਸਟਰੀਟ ਅਤੇ ਹੋਮਰ ਸਟਰੀਟ ਦੇ ਉੱਤੇ ਉਹਨਾਂ ਨੇ ਉਸ ਡਰਾਈਵਰ ਦੀ ਯਾਦ ਦੇ ਵਿੱਚ ਸਾਈਨ ਲਾ ਦਿੱਤਾ ਜਿਹਨੇ ਇੱਥੇ ਆਪਣੀ ਜਾਨ ਗਵਾਈ ਸੀ। ਔਰ ਪੱਕਾ ਪਰਮਾਨੈਂਟਲੀ ਇਹ ਉੱਥੇ ਰਹੂਗਾ ਉਸ ਜਿਹੜੇ ਪੰਜਾਬੀ ਦੀ ਯਾਦ ਦੇ ਵਿੱਚ। ਯੂਨੀਫਰ ਲੋਕਲ 111 ਨੇ ਇਹ ਲਾਇਆ ਉੱਥੇ, ਜਿਹੜੀ ਕਿ ਉਹਦੇ ਨਾਲ ਹੀ ਕੋਸਟ ਮਾਊਂਟੇਨ ਬੱਸ ਕੰਪਨੀ ਨੇ। ਉਹ ਕਹਿੰਦੇ ਅਸੀਂ ਚਾਹੁੰਦੇ ਸੀ ਕਿ ਉਹ ਜਿਹੜਾ ਇੰਨਾ ਹਾਰਡ ਵਰਕਿੰਗ ਸਾਡਾ ਇੱਕ ਭਰਾ ਸੀਗਾ, ਉਹਦੀ ਯਾਦ ਦੇ ਵਿੱਚ ਇੱਥੇ ਕੁਛ ਨਾ ਕੁਛ ਹੋਣਾ ਚਾਹੀਦਾ। ਅਤੇ ਉਹ ਕਹਿੰਦੇ ਅਸੀਂ ਸਾਲ ਬਾਅਦ ਉਹਦੇ ਪਰਿਵਾਰ ਨੂੰ ਮਿਲੇ ਆ ਉਹਦੀ ਐਨੀਵਰਸਰੀ ਦੇ ਉੱਤੇ ਸਤੰਬਰ 23 ਨੂੰ, ਅਤੇ ਉਹ ਉਸ ਥਾਂ ਦੇ ਉੱਤੇ ਜਿੱਥੋਂ ਇਹ ਘਟਨਾ ਵਾਪਰੀ ਸੀਗੀ, ਅਤੇ ਉੱਥੇ ਜਾ ਕੇ ਕਹਿੰਦੇ ਅਸੀਂ ਉਹਨਾਂ ਨੂੰ ਯਾਦ ਕਰਨ ਦੇ ਲਈ ਹੁਣ ਇਹ ਇੱਕ ਉੱਥੇ ਮਤਲਬ ਬਹੁਤ ਇੱਕ ਭਾਵੁਕ ਜਿਹੇ ਪਲ ਸੀਗੇ ਜਦੋਂ ਉੱਥੇ ਲਾਇਆ ਗਿਆ। ਇੱਕ ਬੱਸ ਦੇ ਵਿੱਚ ਪਿਛਲੇ ਸਾਲ 27 ਸਤੰਬਰ ਨੂੰ ਮਕੈਨੀਕਲ ਇਸ਼ੂ ਪੈ ਗਿਆ ਸੀ, ਜਿਹਨੂੰ ਉਹ ਦੇਖ ਰਿਹਾ ਸੀ ਅਤੇ ਦੋਵਾਂ ਬੱਸਾਂ ਦੇ ਵਿਚਕਾਰ ਆ ਗਿਆ ਸੀ। ਅਤੇ ਹੁਣ ਉਹਦੀ ਯਾਦ ਦੇ ਵਿੱਚ ਇਹ ਪੱਕਾ ਉੱਥੇ ਇੱਕ ਜਿਹੜਾ ਸਮਾਰਕ ਉਹ ਲਾ ਦਿੱਤਾ ਗਿਆ। ਅਤੇ 21 ਸਾਲ ਉਹਨੇ ਇਸ ਕੰਪਨੀ ਦੇ ਵਿੱਚ ਕੋਸਟ ਮਾਊਂਟੇਨ ਬੱਸ ਕੰਪਨੀ ਦੇ ਵਿੱਚ ਕੰਮ ਕੀਤਾ ਸੀ। 64 ਸਾਲ ਦੀ ਉਸ ਵੇਲੇ ਉਹਦੀ ਉਮਰ ਸੀ। ਕੁਕਟਲਮ ਆਰਸੀ ਐਮਪੀ ਨੇ ਇੱਕ ਜਾਣਕਾਰੀ ਦਿੱਤੀ ਹੈ ਵੀ ਤੁਹਾਡੇ ਨਾਲ ਕੋਈ ਸਕੈਮ ਹੋ ਸਕਦਾ। ਲੋਅਰ ਮੇਨਲੈਂਡ ਦੇ ਵਿੱਚ ਕੁਝ ਲੋਕ ਤੁਹਾਨੂੰ ਫੋਨ ਕਰ ਸਕਦੇ ਆ ਅਤੇ ਫੋਨ ਕਰਕੇ ਆਪਣੇ ਪੈਸੇ ਨੂੰ ਇੱਧਰ ਉੱਧਰ ਕਰਨ ਦੇ ਲਈ ਕਹਿ ਸਕਦੇ ਆ, ਅਤੇ ਤੁਹਾਨੂੰ ਪਤਾ ਵੀ ਨਹੀਂ, ਅਤੇ ਤੁਸੀਂ ਉਹਨਾਂ ਦੇ ਕਹੇ ਦੇ ਉੱਤੇ ਜਿਹੜਾ ਪੈਸਾ ਆ ਉਹ ਗਲਤ ਪੈਸਾ ਜਿਹੜਾ ਮਨੀ ਲਾਂਡਰ ਕਰਨ ਦੇ ਦੋਸ਼ ਦੇ ਥੱਲੇ ਆ ਜਾਂਦੇ ਹੋ। ਹੋਇਆ ਇਹ ਆ ਕਿ ਟਿਊਜ਼ਡੇ ਨੂੰ ਉਹਨਾਂ ਨੇ ਇੱਕ ਨਿਊਜ਼ ਰਿਲੀਜ਼ ਕੀਤੀ ਆ, ਅਤੇ ਉਹਦੇ ਵਿੱਚ ਕਹਿੰਦੇ ਵੀ ਕੁਕਟਲਮ ਬੇਸਡ ਇੱਕ ਕੰਪਨੀ ਆ, ਅਤੇ ਉਹ ਕੰਪਨੀ ਮਤਲਬ ਇੱਕ ਮਨੀ ਮਿਊਲ ਬਣ ਗਈ ਇੱਕ ਫਰਾਡਸਟਰ ਦੇ, ਜਿਹੜਾ ਸਕੈਮਰ ਸੀਗਾ, ਜਿਹੜਾ ਠੱਗ ਸੀਗਾ, ਉਹਦੇ ਕਹਿਣ ਦੇ ਉੱਤੇ। ਅਤੇ ਉਹਨਾਂ ਦੇ ਕਹਿਣ ਦੇ ਅਨੁਸਾਰ ਉਹ ਜਿਹੜੀ ਮਨੀ ਆ ਉਹਨੂੰ ਮੂਵ ਕਰਨ ਲੱਗੇ ਸੀ। ਪੁਲਿਸ ਕਹਿੰਦੀ ਇਹ ਫਰਾਡ ਕਰਨ ਵਾਲੇ ਨੇ ਕੰਪਨੀ ਦੇ ਨਾਲ ਕੰਟੈਕਟ ਕੀਤਾ। ਪਿਛਲੇ ਲੰਬੇ ਸਮੇਂ ਵਿੱਚ ਬਹੁਤ ਸਾਰੇ ਫਰਾਡ ਲੋਕਾਂ ਦੇ ਨਾਲ ਹੁੰਦੇ ਰਹੇ ਆ। ਕਦੇ ਫੋਨ ਕਾਲ ਆਉਂਦੀ ਆ ਕਿ ਤੁਸੀਂ ਜੇ ਟੈਕਸ ਨਹੀਂ ਪੇ ਕੀਤਾ, ਕਦੇ ਫੋਨ ਕਾਲ ਕੋਈ ਆਉਂਦੀ ਹੈ, ਅਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਇਹ ਫਰਾਡ ਲੋਕਾਂ ਦੇ ਨਾਲ ਹੁੰਦੇ ਰਹੇ ਆ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਕੁਕਟਲਮ ਦੇ ਵਿੱਚ ਇੱਕ ਵੱਖਰੀ ਕਿਸਮ ਦਾ ਫਰਾਡ ਸਾਹਮਣੇ ਆਇਆ। ਇੱਕ ਕੰਪਨੀ ਦੇ ਨਾਲ ਇੱਕ ਵਿਅਕਤੀ ਕੰਟੈਕਟ ਕਰਦਾ, ਉਹ ਕਹਿੰਦਾ ਵੀ ਮੈਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚੋਂ ਬਾਹਰ ਰਹਿੰਦਾ ਆ, ਅਤੇ ਮੈਂ ਤੁਹਾਡੀ ਕੰਪਨੀ ਨੂੰ ਹਾਇਰ ਕਰਨਾ ਚਾਹੁੰਦਾ ਆ ਕੁਛ ਆਪਣੇ ਘਰ ਦੀ ਇੰਪਰੂਵਮੈਂਟਸ ਦੇ ਲਈ, ਕਿ ਮੈਂ ਜਿਹੜਾ ਘਰ ਹੁਣੀ ਖਰੀਦਿਆ ਹੈ ਉਹਦੇ ਸੰਬੰਧੀ ਮੈਂ ਤੁਹਾਡੀਆਂ ਕੁਛ ਸਰਵਿਸਿਜ਼ ਯੂਜ਼ ਕਰਨੀਆਂ। ਅਤੇ ਫਿਰ ਉਹਨੇ ਇੱਕ ਡਿਪੋਜ਼ਿਟ ਉਸ ਕੰਪਨੀ ਨੂੰ ਭੇਜ ਦਿੱਤਾ ਵੀ ਆਹ ਡਿਪੋਜ਼ਿਟ ਭੇਜ ਰਿਹਾ, ਜਿੱਦਾਂ ਜਿੱਦਾਂ ਮੈਨੂੰ ਸਰਵਿਸਿਜ਼ ਦੀ ਲੋੜ ਹੋਊਗੀ ਮੈਂ ਤੁਹਾਡੇ ਕੋਲੋਂ ਸਰਵਿਸਿਜ਼ ਲੈਂਦਾ ਰਹੂੰਗਾ। ਹੁਣ ਡਿਪੋਜ਼ਿਟ ਉਹਨਾਂ ਨੇ ਜਦੋਂ ਐਕਸੈਪਟ ਕਰ ਲਿਆ ਕੰਪਨੀ ਨੇ, ਜਿਹੜਾ ਉਹ ਫਰਾਡ ਕਰਨ ਵਾਲਾ ਜਿਹੜਾ ਉਹ ਠੱਗ ਸੀਗਾ, ਉਹ ਕੰਪਨੀ ਨੂੰ ਕਹਿੰਦਾ ਵੀ ਮੇਰੇ ਨਾ ਮੂਵ ਕਰਨ ਦੇ ਵਿੱਚ ਅਤੇ ਸਟੋਰੇਜ ਨੀਡਸ ਦੇ ਲਈ ਮੈਨੂੰ ਹੈਲਪ ਚਾਹੀਦੀ ਹੈ, ਅਤੇ ਤੁਸੀਂ ਜਿਹੜੀ ਮਨੀ ਮੈਂ ਤੁਹਾਨੂੰ ਡਿਪੋਜ਼ਿਟ ਦਿੱਤੀ ਹੈ ਇਹਨੂੰ ਫਲਾਨੀਆਂ ਜਿਹੜੀਆਂ ਪ੍ਰੀ ਅਰੇਂਜ ਸਰਵਿਸਿਜ਼ ਨੇ ਉਹਨਾਂ ਦੇ ਲਈ ਡਿਪੋਜ਼ਿਟ ਕਰ ਦਿਓ। ਪਹਿਲਾਂ ਮਤਲਬ ਕੰਪਨੀ ਨੂੰ ਇੱਕ ਡਿਪੋਜ਼ਿਟ ਦੇ ਦਿੱਤਾ ਵੀ ਮੈਂ ਤੁਹਾਡੀਆਂ ਸਰਵਿਸਿਜ਼ ਲੈਣੀਆਂ, ਫਿਰ ਉਹ ਕੰਪਨੀ ਨੂੰ ਕਹਿੰਦੇ ਵੀ ਆਹ ਕੰਮ ਮੈਂ ਕਰਵਾਉਣ ਲਈ ਇਹਨਾਂ ਨੂੰ ਕਿਹਾ ਆ, ਅਤੇ ਇਹ ਮਨੀ ਤੁਸੀਂ ਉਹਨਾਂ ਨੂੰ ਇਸ ਡਿਪੋਜ਼ਿਟ ਦੇ ਵਿੱਚੋਂ ਟ੍ਰਾਂਸਫਰ ਕਰ ਦਿਓ। ਅਤੇ ਹੁਣ ਜਦੋਂ ਉਹਨਾਂ ਨੇ ਇਹ ਕਿਹਾ ਕਰਨ ਨੂੰ, ਅਤੇ ਕੰਪਨੀ ਨੂੰ ਥੋੜ੍ਹੀ ਜਿਹੀ ਡਾਊਟ ਹੋ ਗਈ, ਅਤੇ ਉਹਨਾਂ ਨੇ ਫਿਰ ਟ੍ਰਾਂਜੈਕਸ਼ਨ ਨੂੰ ਚੈੱਕ ਕੀਤਾ, ਅਤੇ ਨਾਲੇ ਉਹਨਾਂ ਨੇ ਪੁਲਿਸ ਨੂੰ ਕਾਲ ਕਰ ਦਿੱਤੀ ਵੀ ਸਾਨੂੰ ਮਾਮਲਾ ਸ਼ੱਕੀ ਲੱਗਦਾ। ਕੁਕਟਲਮ ਆਰਸੀ ਐਮਪੀ ਨੇ ਕਨਫਰਮ ਕੀਤਾ ਕਿ ਜਿਹੜਾ ਉਹ ਬਿਜ਼ਨਸ ਸੀਗਾ ਜਿਨ੍ਹਾਂ ਨੇ ਉਹ ਮਨੀ ਰਿਸੀਵ ਕੀਤੀ ਸੀਗੀ, ਟ੍ਰਾਂਸਫਰ ਜਿਹੜਾ ਉਹਨੂੰ ਹੋਇਆ ਸੀ ਉਹ ਫੇਕ ਸੀ। ਹੁਣ ਇਹਦਾ ਮਤਲਬ ਇਹ ਆ ਕਿ ਜਿਹੜੀ ਮਤਲਬ ਉਹਨਾਂ ਨੂੰ ਸ਼ੱਕ ਉੱਥੋਂ ਹੀ ਪੈ ਗਿਆ ਵੀ ਇਹ ਸਸਪੀਸ਼ੀਅਸ ਟ੍ਰਾਂਜੈਕਸ਼ਨ ਹੈਗੀ ਆ। ਪਹਿਲਾਂ ਉਹਨਾਂ ਨੂੰ ਉਹ ਡਿਪੋਜ਼ਿਟ ਜਿਹੜਾ ਲੱਗਿਆ ਵੀ ਆ ਗਿਆ, ਪਰ ਬਾਅਦ ਦੇ ਵਿੱਚ ਉਹਨਾਂ ਨੂੰ ਪਤਾ ਲੱਗਿਆ ਵੀ ਇਹ ਫੇਕ ਸੀ, ਅਤੇ ਉਸੇ ਚੱਕਰ ਦੇ ਵਿੱਚ ਜੇ ਉਹ ਗਾਂਹ ਟ੍ਰਾਂਸਫਰ ਕਰ ਦਿੰਦੇ, ਅਤੇ ਜਿਹਨੂੰ ਉਹ ਟ੍ਰਾਂਸਫਰ ਕਰਦੇ ਪਹਿਲਾਂ ਤਾਂ ਉਹ ਪਤਾ ਨਹੀਂ ਕੌਣ ਬੰਦਾ ਸੀ ਜਿਹਨੂੰ ਉਹ ਟ੍ਰਾਂਸਫਰ ਕਰਨ ਦੇ ਲਈ ਕਹਿ ਰਿਹਾ ਸੀ, ਦੂਜਾ ਉਹ ਮਨੀ ਟ੍ਰਾਂਸਫਰ ਕਰਨ ਦੇ ਲਈ ਕਹਿ ਰਿਹਾ ਜਿਹੜੀ ਕਿ ਕੰਪਨੀ ਦੇ ਕੋਲ ਕਦੇ ਆਈ ਨਹੀਂ। ਇਹਦਾ ਮਤਲਬ
ਇੱਕ ਤਾਂ ਫਾਈਨੈਂਸ਼ੀਅਲ ਲਾਸ ਹੋ ਰਿਹਾ ਉਸ ਕੰਪਨੀ ਦਾ ਜਾਂ ਕਿਸੇ ਦਾ ਵੀ ਵਿਅਕਤੀ ਦਾ ਵੀ, ਦੂਜਾ ਉਹ ਜਿਸ ਬੰਦੇ ਨੂੰ ਮਨੀ ਟ੍ਰਾਂਸਫਰ ਕਰਨ ਦੇ ਲਈ ਕਹਿ ਰਿਹਾ ਉਹ ਗਲਤ ਬੰਦਾ ਹੋ ਸਕਦਾ, ਤੇ ਉਹ ਜਿਹੜਾ ਮਨੀ ਲਾਂਡਰਿੰਗ ਦਾ ਮਾਮਲਾ ਆ, ਜਿਹੜਾ ਆਹ ਹੁੰਦਾ ਹਵਾਲਾ ਆ, ਇਹ ਤੁਹਾਡੇ ਸਾਹਮਣੇ ਉਹਦੇ ਚੱਕਰ ਦੇ ਵਿੱਚ ਤੁਸੀਂ ਪੈ ਸਕਦੇ ਆ। ਤੇ ਖਾਸ ਤੌਰ ਦੇ ਉੱਤੇ ਉਹ ਕਹਿੰਦੇ ਵੀ ਜਿਹੜਾ ਕਿਸੇ ਨੂੰ ਵੀ ਮਨੀ ਕਿਸੇ ਦੇ ਬਿਹਾਫ ਦੇ ਉੱਤੇ ਫਾਰਵਰਡ ਨਾ ਕਰੋ, ਜਾਂ ਕੋਈ ਕੰਪਨੀ ਦੇ ਕਹਿਣ ਦੇ ਉੱਤੇ ਜਿਹਨੂੰ ਤੁਸੀਂ ਜਾਣਦੇ ਨਹੀਂ। ਉਹ ਕਹਿੰਦੇ ਜਿਸ ਬੰਦੇ ਨੂੰ ਤੁਸੀਂ ਮੰਨ ਲਓ ਕਿਸੇ ਕੇਸ ਦੇ ਵਿੱਚ ਮਨੀ ਟ੍ਰਾਂਸਫਰ ਕਰਦੀਆਂ ਵੀ ਆ ਕੰਪਨੀਆਂ ਕਿਸੇ ਸਰਵਿਸਿਜ਼ ਦੇ ਲਈ, ਤਾਂ ਉਹ ਕਹਿੰਦੇ ਉਹਨੂੰ ਵੀ ਇੰਟਰਨੈਟ ਸਰਚ ਮਾਰੋ ਉਹਦੀ ਕੰਪਨੀ ਦੀ ਜਾਂ ਉਹ ਬੰਦੇ ਦੀ ਵੀ, ਜਿਸ ਬੰਦੇ ਨੂੰ ਤੁਸੀਂ ਪੈਸੇ ਭੇਜ ਰਹੇ ਹੋ ਹੈ ਕੌਣ। ਤੇ ਦੂਜਾ ਜਿਹੜਾ ਕੋਈ ਵੀ ਇੱਦਾਂ ਦੀ ਟ੍ਰਾਂਜੈਕਸ਼ਨ ਹੈਗੀ ਹੈ ਜੇ ਉਹਦੇ ਬਾਰੇ ਤੁਹਾਨੂੰ ਡਾਊਟ ਹੁੰਦੀ ਹੈ, ਤੇ ਤੁਸੀਂ ਪੁਲਿਸ ਨੂੰ 18849585001 ਦੇ ਉੱਤੇ ਕੰਟੈਕਟ ਕਰੋ, ਤਾਂ ਤੁਹਾਡਾ ਇਹਦੇ ਮਾਮਲੇ ਦੇ ਵਿੱਚ ਬਚਾਅ ਹੋ ਸਕਦਾ ਹੈ। ਇੱਕ ਖਾਸ ਕਿਸਮ ਦਾ ਬੱਗ, ਇੱਕ ਖਾਸ ਕਿਸਮ ਦਾ ਕੀੜਾ ਇਸ ਵੇਲੇ ਕੈਨੇਡਾ ਦੇ ਵਿੱਚ, ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਮੱਸਿਆ ਬਣਿਆ ਆ। ਜਿਹੜੇ ਅਫੀਸ਼ੀਅਲ ਦੱਸ ਰਹੇ ਆ ਕਿ ਇਹ ਜਿਹੜੀ ਇਨਵੇਸਿਵ ਸਪੀਸੀਜ਼ ਕਾਉਂਸਲ ਆਫ BC ਆ, ਉਹ ਦੱਸ ਰਹੀ ਆ ਇੱਕ ਚਿੰਤਾ ਕਿ ਬਰਾਊਨ ਰੰਗ ਦਾ ਇੱਕ ਸਟਿੰਕ ਬੱਗ ਕਿਹਾ ਜਾ ਰਿਹਾ। ਬਰਾਊਨ ਸਟਿੰਕ ਬੱਗ ਸਾਡੇ ਬ੍ਰਿਟਿਸ਼ ਕੋਲੰਬੀਆ ਦੇ ਕਈ ਪ੍ਰੋਵਿੰਸਿਸ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਆ। ਇਹਦੀ ਖਾਸ ਗੱਲ ਇਹ ਆ ਕਿ ਇਹਦੇ ਵਿੱਚੋਂ ਇੱਕ ਬਹੁਤ ਤਿੱਖੀ ਸਮੈਲ ਨਿਕਲਦੀ ਹੈ ਜੇਕਰ ਤੁਸੀਂ ਇਹਨੂੰ ਮਾਰਦੇ ਹੋ, ਕ੍ਰਸ਼ ਕਰਦੇ ਹੋ, ਜਾਂ ਇਹ ਇੰਜਰ ਹੋ ਜਾਵੇ ਜਾਂ ਇਹਨੂੰ ਕੁਛ ਹੋ ਜਾਵੇ। ਇਸ ਕਰਕੇ ਇਹਨੂੰ ਜਿਹੜਾ ਇਸੇ ਕਰਕੇ ਇਹਨੂੰ ਜਿਹੜਾ ਸਟਿੰਕ ਬੱਗ ਕਿਹਾ ਜਾ ਰਿਹਾ ਆ। ਅਤੇ ਇਹਨੂੰ ਹੈਂਡਲ ਕਹਿੰਦੇ ਧਿਆਨ ਨਾਲ ਕੀਤਾ ਜਾਵੇ। ਬੜੀ ਪੰਜੈਂਟ ਤਿੱਖੀ ਸਮੈਲ ਆ ਇਹਦੀ, ਅਤੇ ਇਹ ਜਿਹੜਾ ਬੱਗ ਆ ਇਹ ਕਈ ਚੀਜ਼ਾਂ ਨੂੰ ਜਿਹੜਾ ਡੈਮੇਜ ਕਰ ਰਿਹਾ, ਕਈ ਕਰੋਪਸ ਨੂੰ ਡੈਮੇਜ ਕਰ ਰਿਹਾ ਆ। ਬਰਾਊਨ ਸਟਿੰਕ ਬੱਗ, ਬੈਡ ਸਟਿੰਕ ਬੱਗ ਆ ਇਹ, ਜਿਹੜੇ ਹੈਗੇ ਆ ਗ੍ਰੇਪਸ ਦੇ ਉੱਤੇ ਹੁੰਦਾ ਆ, ਜਿਹੜੇ ਟਰੀ ਫਰੂਟ ਆ ਉਹਨਾਂ ਦੇ ਉੱਤੇ ਹੁੰਦਾ ਆ, ਵੈਜੀਟੇਬਲ ਦੇ ਉੱਤੇ ਹੁੰਦਾ ਆ, ਬੇਰੀਜ਼ ਦੇ ਉੱਤੇ ਹੁੰਦਾ ਆ। ਅਤੇ ਹੌਲੀ ਹੌਲੀ ਇਹ ਤੁਹਾਡੇ ਘਰਾਂ ਦੇ ਵੱਲ ਨੂੰ ਵੀ ਆ ਰਿਹਾ ਹੈ। ਘਰਾਂ ਦੇ ਵਿੱਚ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਆਇਆ ਆ। ਇਹ ਦੱਸਦੇ ਆ ਕਿ ਇਹ ਨਾਰਥ ਅਮਰੀਕਾ ਦੇ ਵਿੱਚ ਪਹਿਲਾਂ ਹੁੰਦਾ ਨਹੀਂ ਸੀ, ਇਹ ਏਸ਼ੀਆ ਤੋਂ ਜਿਹੜਾ 7-8 ਸਾਲ ਪਹਿਲਾਂ, ਅਤੇ ਫਿਰ ਉੱਧਰਲੇ ਪਾਸਿਓਂ ਇੱਥੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆ ਗਿਆ, ਅਤੇ ਮੈਟਰੋ ਵੈਨਕੂਵਰ, ਫਰੇਜ਼ਰ ਵੈਲੀ, ਵੈਨਕੂਵਰ ਆਈਲੈਂਡ ਅਤੇ ਕਲੋਨਾ ਇਲਾਕੇ ਦੇ ਵਿੱਚ, ਅਤੇ ਹੁਣ ਇਹ ਤੁਹਾਡੇ ਘਰਾਂ ਦੇ ਅੰਦਰ ਆ ਸਕਦਾ ਆ। ਇਹ ਖਤਰਨਾਕ ਹੋ ਸਕਦਾ ਹੈ ਅਤੇ ਇਹਦੇ ਤੋਂ ਬਚਣ ਦੀ ਲੋੜ ਆ। ਅਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕਈ ਤਰੀਕੇ ਹੈਗੇ ਇਹਦੇ ਨਾਲ ਡੀਲ ਕਰਨ ਦੇ, ਇਹਨੂੰ ਡਿਸਟਰੋਏ ਕਰਨ ਦੇ ਲਈ। ਜੇਕਰ ਦੇਖਦੇ ਹਾਂ ਤਾਂ ਕਹਿੰਦੇ ਇਹਨੂੰ ਪੇਪਰ ਟਾਵਲ ਲੈ ਲਓ ਅਤੇ ਉਹਨੂੰ ਚੱਕ ਕੇ, ਅਤੇ ਇਹਨੂੰ ਗਿੱਲੇ ਪੇਪਰ ਟਾਵਲ ਦੇ ਨਾਲ ਜਿਹੜਾ ਸੋਪੀ ਜਿਹਾ ਵਾਟਰ ਹੁੰਦਾ ਉਹਨੂੰ ਲੈ ਕੇ, ਤਾਂ ਇਹਨੂੰ ਉਹਦੇ ਵਿੱਚ ਕਿਸੇ ਪਾਣੀ ਦੇ ਵਿੱਚ ਪਾ ਦਿਓ, ਫਿਰ ਉੱਥੇ ਇਹ ਮਰ ਜਾਂਦਾ ਹੈ। ਜੇ ਇਹਨੂੰ ਕ੍ਰਸ਼ ਕਰੋਗੇ, ਮਾਰੋਗੇ, ਤਾਂ ਇਹਦੇ ਵਿੱਚ ਬਹੁਤ ਤਿੱਖੀ ਸਮੈਲ ਆਉਂਦੀ ਹੈ ਜਿਹੜੀ ਖਤਰਨਾਕ ਹੋ ਸਕਦੀ ਆ। ਸੋ ਇਹ ਬੱਗ ਜਿਹੜਾ ਆ ਇਹਨੂੰ ਫੈਲਣ ਤੋਂ ਰੋਕਣ ਦੇ ਲਈ ਯਤਨ ਕੀਤੇ ਜਾ ਰਹੇ, ਔਰ ਸਰਕਾਰ ਜਿਹੜੀ ਆ ਇਸ ਮਾਮਲੇ ਦੇ ਵਿੱਚ ਲੋਕਾਂ ਨੂੰ ਅਗਾਹ ਕਰ ਰਹੀ ਆ ਕਿ ਇਹਦੇ ਤੋਂ ਬਚਣ ਦੀ ਲੋੜ ਆ। ਕਲੋਨਾ, ਮੈਟਰੋ ਵੈਨਕੂਵਰ, ਫਰੇਜ਼ਰ ਵੈਲੀ, ਵੈਨਕੂਵਰ ਆਈਲੈਂਡ, ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਜੇ ਤੁਹਾਨੂੰ ਇਹ ਹੁੰਦਾ ਹੈ ਵੀ ਇਹਨਾਂ ਥਾਵਾਂ ਦੇ ਉੱਤੇ ਬੱਗ ਇਸ ਕਿਸਮ ਦਾ ਹੈਗਾ ਆ, ਬਰਾਊਨ ਸਟਿੰਕ ਬੱਗ, ਤਾਂ ਇਹਨੂੰ ਔਨਲਾਈਨ ਵੀ ਰਿਪੋਰਟ ਕੀਤਾ ਜਾ ਸਕਦਾ। ਦੋਸਤੋ, ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ। ਕੱਲ੍ਹ ਫਿਰ ਹਾਜ਼ਰ ਹੋਵਾਂਗੇ ਕੁਛ ਨਵੇਂ ਕੈਨੇਡਾ ਦੇ ਜਿਹੜੇ 8-10 ਕੱਲ੍ਹ ਦੇ ਮੁੱਦੇ ਹੋਣਗੇ ਉਹਨਾਂ ਦੇ ਉੱਤੇ ਖਾਸ ਚਰਚਾ ਕਰਨ ਦੇ ਲਈ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।